देश दुनिया च वसदे पंजाबियां नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी इंडियन एक्सप्रैस तो। दोनों नूं जी आए। थैंक यू, शुक्रिया जी। पंजाब दी ताज़ा स्थिति तुहाडे नाल सांझी कर लैंदे आ। पंजाब दे गवर्नर अज देश के गृह मंत्री अमित शाह नूं मिलदे ने। राजा वड़िंग एक पत्र लिखते ने पंजाब दे पुलिस प्रमुख नूं, DGP नूं, अमृतपाल दे मामले च। तीजी खबर दिल्ली नाल जुड़दी है, जिथे केजरीवाल साहब हुणे अपने MLAs नूं मिले ने अगली रणनीति घड़न लई। ते इसे तरीके नाल अज पंजाब सरकार एक चंगा फैसला लैंदी है। बलदेव सिंह सराह चेयरमैन जां MD PSPCL उन्हां नूं 1 साल दा होर समा मिल जांदा। काफ़ी औखे दिन बिजली निगम दे अगले दिनां च निकलने आ। बिजली दी मंग हुणे बहुत वधण लग गई है। गर्मी फरवरी के अखीर दे विच, मार्च के पहले दिन काफ़ी है। अगे चलदे आ ये सारे मामलों के नाल जिस मेन मुद्दे नूं असीं टच करांगे, जलंधर दा माहौल भख गया। कांग्रेस ने पहल कर ली आ, जिमनी चोण दा बिगल वज गया। अनाउंसमेंट अजे आउणी है चोण कमिशन वल्लों, जिहड़ी आम मन्निया जांदा कि करनाटक दी इलैक्शन दे नाल ही चोण हो जाऊगी। अप्रैल दे एंड तक संभावित तौर ते और 2 ही महीने का समा बचदा है। लेकिन इसे दौरान कांग्रेस इत्थे अपने इंचार्ज वजों हिमाचल दे उप मुख मंत्री नूं ला दिंदी है। सो उहदे ते गल करांगे कि की संगरूर वांग इत्थे कोई नवीं धारा बहूगी, कि नਵੇਂ ट्रेंड जां नवीआं जिहड़ियां चीज़ां पंजाब दी पॉलिटिक्स विच हो रहीआं इत्थे कोई असर छड्डणगीਆਂ। मालवे दी पॉलिटिक्स अलग तरह दी है, कि दुआबे विच ਉਹੀ ਤਰ੍ਹਾਂ ਦਾ ਪੈਟਰਨ ਅਪਣਾਇਆ ਜਾਊਗਾ ਤਾਂ ਲੋਕ ਇੱਥੇ ਵੱਖਰੀ ਤਰ੍ਹਾਂ ਸੋਚਦੇ ਆ। ਪਾਰਟੀਆਂ ਦੇ ਆਪਣੇ ਆਧਾਰ ਤੇ ਸੀਟ ਰਵਾਇਤੀ ਤੌਰ ਤੇ ਕਿਵੇਂ ਚੱਲਦੀ ਰਹੀ ਹੈ, ਇਹ ਸਾਰੇ ਪੱਖ ਹੋਣਗੇ। ਪਰ ਪੰਜਾਬ ਦੇ ਦ੍ਰਿਸ਼ ਵਿੱਚ ਖਲੋ ਕੇ ਇਹਨੂੰ ਆਪਾਂ ਅਗਲੇ ਦਿਨਾਂ 'ਚ ਕਿਵੇਂ ਦੇਖ ਸਕਦੇ ਆ, ਇਹਦੇ ਤੇ ਚਰਚਾ ਕਰਦੇ ਆ। ਸਰਦਾਰ ਹਮੀਰ ਸਿੰਘ ਜੀ, ਸਭ ਤੋਂ ਪਹਿਲਾਂ ਇਹ 3 ਖਬਰਾਂ ਨੇ। ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਮੁੱਖ ਮੰਤਰੀ ਔਰ ਗਵਰਨਰ ਪੰਜਾਬ ਲਈ, ਉਸ ਤੋਂ ਬਾਅਦ ਅੱਜ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਗਵਰਨਰ ਸਾਹਿਬ ਦਾ, ਇਹਦੇ ਕੀ ਅਰਥ ਲਈਏ? ਰਾਜਪਾਲ ਬੰਬਾਰੀ ਲਾਲ ਪੁਰੋਹਿਤ ਉਹਨਾਂ ਦਾ ਤੁਰੰਤ 1 ਦਿਨ ਬਾਅਦ ਹੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਅਮਿਤ ਸ਼ਾਹ ਨੂੰ ਮਿਲਣਾ ਕੇਂਦਰੀ ਗ੍ਰਹਿ ਮੰਤਰੀ ਨੂੰ, ਉਹ ਕਈ ਤਰ੍ਹਾਂ ਦੇ ਸੰਕੇਤ ਦਿੰਦਾ। ਇੱਕ ਤਾਂ 3 ਤਰੀਕ ਤੋਂ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ। ਦੂਜਾ, ਅਮਿਤ ਸ਼ਾਹ ਪੰਜਾਬ ਆ ਰਹੇ ਨੇ, ਉਸ BJP ਦੀ ਯਾਤਰਾ ਨੂੰ ਹਰੀ ਝੰਡੀ ਦਿਖਾਉਣ, ਜਿਹੜੀ ਉਹ ਕਹਿੰਦੇ ਨੇ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸ਼ੁਰੂ ਕਰਨੀ ਹੈ। ਔਰ ਇਹ ਵੀ ਇੱਕ ਬਰੀਫਿੰਗ ਇਦੋਂ ਪਹਿਲਾਂ ਹੁੰਦੀ ਰਹੀ ਹੈ ਕਿ ਰਾਜਪਾਲ ਜਿਹੜੇ ਖੁਦ ਬਾਰਡਰ ਏਰੀਆ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਹੀ ਪੰਚਾਇਤਾਂ ਨਾਲ ਬਾਕੀ ਜਗ੍ਹਾ ਮੁਲਾਕਾਤਾਂ ਕਰਕੇ ਆਏ ਨੇ ਤੇ ਆਪਣਾ ਇੱਕ ਨੰਬਰ ਵੀ ਦੇ ਕੇ ਆਏ ਸੀਗੇ, ਜਿਹੜਾ ਇੱਕ ਕਾਮਨ ਨੰਬਰ ਸੀਗਾ ਕਿ ਤੁਸੀਂ ਇਹਦੇ ਤੇ ਦੱਸ ਸਕਦੇ ਹੋ ਜੇਕਰ ਇਹ ਚੀਜ਼ਾਂ ਨੇ। ਹੋ ਸਕਦਾ ਇਹ ਬਰੀਫਿੰਗ ਵੀ ਹੋਵੇ ਸਾਰੇ ਮਾਮਲਿਆਂ ਦੇ ਵਿੱਚ, ਤੇ ਨਾਲ ਦੀ ਨਾਲ ਇੱਕ ਵੱਡੀ ਬਰੀਫਿੰਗ ਪੋਲੀਟੀਕਲ ਸੰਕੇਤ ਦੀ ਹੁੰਦੀ ਹੈ ਕਿ ਅੱਗੋਂ ਕਿਵੇਂ ਚੱਲਣਾ ਹੈ, ਕਿਸ ਤਰੀਕੇ ਨਾਲ ਚੱਲਣਾ ਹੈ। ਭਾਵੇਂ ਕਹਿੰਦੇ ਨੇ ਕਿ ਰਾਸ਼ਟਰਪਤੀ ਦੀ ਇੱਛਾ ਤੱਕ ਗਵਰਨਰ ਰਹਿੰਦੇ ਨੇ, ਪਰ ਪ੍ਰੈਕਟੀਕਲੀ ਸਾਡੇ ਕੰਟਰੀ ਦਾ ਜੋ ਸਿਸਟਮ ਹੈ ਤੇ ਉਹ ਰਾਜਪਾਲ ਮਤਲਬ ਸਰਕਾਰ ਦੀ ਤੇ ਹੋਮ ਮਿਨਿਸਟਰੀ ਦੀ ਹੀ ਇੱਛਾ ਤੱਕ ਰਹਿੰਦੇ ਨੇ ਪ੍ਰੈਕਟਿਸ ਦੇ ਵਿੱਚ। ਤਾਂ ਇਹ ਹੈ ਕਿ ਜਿੱਦਾਂ ਪਿਕਚਰ ਚੱਲਦੇ ਨੇ। ਔਰ ਉਹਦਾ ਹੁਣ ਅਗਲੇ ਜਲਦੀ ਅਮਿਤ ਸ਼ਾਹ ਦਾ ਆਉਣਾ, ਉਸੇ ਨਸ਼ੇ ਦੇ ਮੁੱਦੇ ਤੇ ਗੱਲ ਕਰਨਾ ਤੇ ਬਾਕੀ ਕਿਸ ਮਾਹੌਲ ਦੇ ਵਿੱਚ ਦੇਖਣਾ, ਜਾਂ ਹੋ ਸਕਦਾ ਕੁਝ ਹੋਰ ਗੱਲਾਂ ਜਿਹੜੀਆਂ ਪੰਜਾਬ ਨਾਲ ਰਿਲੇਟਡ ਹੀ ਹੋਣਗੀਆਂ, ਉਹਦੇ ਤੇ ਚਰਚਾ ਹੋਈ ਹੋਏਗੀ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕੇਂਦਰ ਸਰਕਾਰ ਜਾਂ BJP ਕੀ ਲਾਈਨ ਲੈਂਦੀ ਹੈ, ਕਿਉਂਕਿ BJP ਨੇ ਪੋਲੀਟੀਕਲੀ ਉਹੀ ਲਾਈਨ ਲਈ ਹੈ। ਨਸ਼ਾ ਬਹੁਤ ਵੱਡਾ ਮੁੱਦਾ ਬਣ ਗਿਆ। ਅਮਰਤਪਾਲ ਵੀ ਕਹਿੰਦਾ ਮੈਂ ਨਸ਼ਾ ਛਡਾ ਰਿਹਾ, ਮੈਂ ਤੁਹਾਡਾ ਕੰਮ ਕਰ ਰਿਹਾ, ਸਰਕਾਰ ਨੂੰ ਕਹਿ ਰਿਹਾ। ਉਧਰ ਗਵਰਨਰ ਵੀ ਇਹ ਕਹਿ ਰਿਹਾ ਮੈਂ ਤੁਹਾਡਾ ਕੰਮ ਕਰ ਰਿਹਾ, ਕਿਉਂਕਿ ਨਸ਼ਾ ਮੈਂ ਤਾਂ ਗਿਆ ਸੀਗਾ, ਤੁਸੀਂ ਉਹ ਨਹੀਂ ਕਰ ਰਹੇ। ਉਧਰ BJP ਵੀ ਹੁਣ ਨਸ਼ੇ ਨੂੰ ਕਹਿੰਦੀ ਵੀ ਨਸ਼ੇ ਦੇ ਮੁੱਦੇ ਤੇ ਕਾਂਗਰਸ ਨੇ ਵੀ ਫਾਇਦਾ ਲੈ ਲਿਆ ਗੁਟਕਾ ਸਾਹਿਬ ਤੇ ਹੱਥ ਰੱਖ ਕੇ, ਤੇ ਆਮ ਆਦਮੀ ਪਾਰਟੀ ਨੇ ਵੀ ਫਾਇਦਾ ਲੈ ਲਿਆ। ਹੋ ਸਕਦਾ ਇਤਕੀ ਆਪਣਾ ਵੀ ਟੱਲਾ ਚੱਲ ਜੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮੁੱਦਾ ਇਸ ਨੇਚਰ ਦਾ, ਇਸ ਪੱਧਰ ਦਾ। ਔਰ ਇਹ ਜ਼ਰੂਰ ਕੋਈ ਸੀਰੀਅਸ ਇਸ ਲੈਵਲ ਦੀ ਗੱਲਬਾਤ ਦਾ ਕੋਈ ਪਤਾ ਤਾਂ ਨਹੀਂ ਦੋਨਾਂ 'ਚ ਕੀ ਹੋਈ ਹੈ, ਪਰ ਇਹ ਕਿਆਸ ਨੇ ਕਿ ਜਿਹੋ ਜਿਹਾ ਮਾਹੌਲ ਹੈ ਉਹੋ ਜਿਹੀ ਗੱਲਬਾਤ ਹੋਣੀ ਸੁਭਾਵਿਕ ਹੈ ਕਿ ਹੋਈ ਹੋਏਗੀ। ਤੇ ਉਦੋਂ ਅਗਲੀ ਗੱਲ ਜਿਹੜੀ ਹੈ, ਇਹਨਾਂ ਨੂੰ ਸਰਾਹ ਉਹਨਾਂ ਨੂੰ ਮਿਲੀ ਹੈ 1 ਸਾਲ ਦਾ ਹੋਰ ਟਾਈਮ ਮਿਲਿਆ। ਇਦੋਂ ਪਹਿਲਾਂ ਉਹਨਾਂ ਦਾ ਟਾਈਮ ਖਤਮ ਹੋ ਗਿਆ ਸੀ ਦਸੰਬਰ ਦੇ ਵਿੱਚ। 3 ਫਰਦਰ ਆਰਡਰ ਕਰਤਾ ਸੀ, ਉਹ ਹਵਾ 'ਚ ਹੀ ਲਟਕਦੇ ਸੀ। ਮਤਲਬ ਉਹ ਆਰਡਰ ਅੱਜ ਹੋ ਜਾਏਗਾ, ਕੱਲ ਹੋ ਜਾਏਗਾ, ਕੱਲ ਹਟਾ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ, ਉਹ ਇੱਕ ਅਲੱਗ ਗੱਲ। ਵੈਸੇ ਜੇ ਦੇਖਿਆ ਜਾਵੇ ਸਰਾਹ ਉਹਨਾਂ ਦਾ ਜਿਹੜਾ ਪਹਿਲਾਂ ਓਰੀਜਨਲ ਦਸਤਖਤ ਸੀ, ਆ 1 ਸਾਲ ਉਹਦੇ ਵਿੱਚ ਇਨਵੋਲਵ ਸੀਗਾ ਪੂਰਾ, ਤੇ ਉਹ ਚੀਫ ਮਿਨਿਸਟਰ ਦੀ ਪ੍ਰਵਾਨਗੀ ਤੋਂ ਬਾਅਦ ਵੀ 1 ਸਾਲ ਕੱਟ ਕੇ ਨਾ ਦਿੱਤਾ ਸੀ, ਇਹ ਨਹੀਂ ਸਮਝ ਆਇਆ ਸੀ ਇਦੋਂ ਪਹਿਲਾਂ। ਪਰ ਹੁਣ
ਉਹਨਾਂ ਨੂੰ ਲਾਤਾ। ਉਹਦੇ ਚ ਚੁਣੌਤੀਆਂ ਬਹੁਤ ਵੱਡੀਆਂ ਨੇ ਬਿਜਲੀ ਦੇ ਵਿੱਚ, ਕਿਉਂਕਿ ਇੱਕ ਤਾਂ PSPL ਵੱਲੋਂ ਉਹ ਗਏ ਨੇ, ਉਹ ਕਹਿੰਦੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਬਿਜਲੀ ਦਾ ਟੈਰਿਫ ਨਹੀਂ ਵਧਿਆ, 3 ਸਾਲਾਂ ਤੋਂ ਕੋਈ ਪੈਸਾ ਨਹੀਂ ਵਧਿਆ, 3 ਸਾਲਾਂ ਤੋਂ, ਕਿਉਂਕਿ ਕਦੇ ਕੋਈ ਚੋਣ ਆ ਗਈ, ਕਦੇ ਚੋਣ ਆ ਗਈ, ਉਹਨਾਂ ਨੇ ਇਹ ਕਰਾਇਆ। ਦੂਸਰਾ, ਤੁਸੀਂ ਫ੍ਰੀ ਬਿਜਲੀ ਤੇ ਬਾਕੀ ਕਰਤਾ। ਤੀਸਰਾ, ਚੋਰੀ ਵੱਧ ਰਹੀ ਹੈ ਤੇ ਪੋਲੀਟੀਕਲ ਬਿੱਲ ਨਹੀਂ ਕਿਹਾ ਜਾ ਰਿਹਾ। ਬਿਜਲੀ ਦੇ ਜਿਹੜੇ ਕਰਿੰਦੇ ਨੇ ਜਾਂ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹ ਦੱਸਦੇ ਨੇ ਕਿ ਨਹੀਂ ਫੜੀ ਜਾ ਰਹੀ। ਜੇ ਫੜੀ ਜਾ ਰਹੀ ਹੈ ਤਾਂ ਸਿਫਾਰਸ਼ਾਂ ਆ ਜਾਂਦੀਆਂ ਨੇ ਇਸ ਸਮੇਂ ਵੀ। ਜੇ ਕੱਟੜ ਇਮਾਨਦਾਰੀ ਵਾਲੀ ਸਰਕਾਰ ਹੈ ਤਾਂ ਕੱਟੜ ਚੋਰੀ ਵਿਰੋਧੀ ਸਰਕਾਰ ਵੀ ਹੋਣੀ ਚਾਹੀਦੀ ਹੈ, ਮਤਲਬ ਉਹ ਵੀ ਇਮਾਨਦਾਰੀ ਦਾ ਇੱਕ ਹਿੱਸਾ ਹੀ ਆਉਂਦਾ ਹੈ। ਤੇ ਇੱਕ ਹੋਰ ਗੱਲ, ਇਹਦੇ ਤੋਂ ਬਿਨਾਂ ਜਿਹੜਾ ਤੁਰੰਤ ਜ਼ਿਆਦਾ ਵਿੱਤੀ ਬਰਡਨ ਪਿਆ ਉਹਨਾਂ ਦੇ ਉੱਤੇ, ਇੱਕ ਤਾਂ 6ਵਾਂ ਜਿਹੜਾ ਪੇ ਕਮਿਸ਼ਨ ਸੀ, ਜਿਹੜਾ ਜਾਂਦੇ ਜਾਂਦੇ ਇਹ ਹੋਇਆ ਵੀ ਚੱਲ ਇਹ ਵੀ ਕਰ ਦਾਂਗੇ ਅਸੀਂ, ਸਰਕਾਰ ਕਰਕੇ ਗਈ ਸੀ। ਉਹਦਾ ਕੱਲਾ ਮੁਲਾਜ਼ਮਾਂ ਦਾ ਖਰਚਾ, ਕਾਸਟ ਜਿਹੜੀ ਹੈ ਇਹਦੀ, ਉਹ 1700 ਕਰੋੜ ਰੁਪਈਆ ਐਡੀਸ਼ਨਲ ਪਈ ਹੈ 1 ਸਾਲ ਦੇ ਵਿੱਚ। ਤੇ ਇਹਦੇ ਨਾਲ ਦੀ ਨਾਲ ਇੱਕ ਹੋਰ ਵੀ ਜਿਹੜਾ ਸਵਾਲ ਹੈ ਕਿ ਉਹਦੇ ਚ ਲਗਭਗ 900 ਕਰੋੜ ਰੁਪਏ ਦਾ ਹੋਰ ਵਾਧਾ ਇਹਨਾਂ ਦਾ ਇਤਕੀ ਹੋ ਗਿਆ। ਕੁਝ ਤਾਂ ਕੋਲਾ ਕਹਿੰਦੇ ਸੀ ਇੰਪੋਰਟਡ ਕੋਲਾ ਵਰਤਣਾ, ਕੁਝ ਰੇਲਵੇ ਦੀ ਬਜਾਏ ਉਧਰ ਦੀ ਲਿਆ ਕੇ ਜਿਹੜਾ ਟਰੱਕਾਂ ਰਾਹੀਂ ਵੀ ਲਿਆਉਣਾ ਪਿਆ, ਉਹਦੇ ਤੇ ਵੀ 900 ਕਰੋੜ, ਉਹ 3000 ਕਰੋੜ ਤਾਂ ਇਹ ਐਡੀਸ਼ਨਲ ਖਰਚਾ ਹੈ। ਬਾਕੀ ਮੁਫਤ ਜਾਂ ਬਾਕੀ ਦੀ ਸਬਸਿਡੀ ਤੇ ਉਹਦੇ ਤੋਂ ਬਿਨਾ ਕਲਾਈਮੇਟ ਚੇਂਜ ਹੋ ਗਿਆ ਤੇ ਬਾਕੀ ਚੀਜ਼ਾਂ ਨੇ। ਇਹ ਕਾਫੀ ਬੜਾ ਇੱਕ ਇਸ਼ੂ, ਚੁਣੌਤੀ ਰਹੇਗੀ ਪੂਰਾ ਸਾਲ ਦੇ ਵਿੱਚ, ਜਿੰਨੀ ਬਿਜਲੀ ਦੀ ਮੰਗ ਵੱਧ ਰਹੀ ਹੈ। ਬਿਲਕੁਲ ਠੀਕ ਹੈ, ਇਹ ਕਾਫੀ ਵੱਡਾ ਟਾਸਕ ਹੈ। ਕਿੱਦਾਂ ਸਰ ਕਰਦੇ ਆ ਸਰਾਂ ਸਾਹਿਬ? ਇਹ ਖੁਸ਼ੀ ਤਾਂ ਹੁੰਦੀ ਹੈ ਜਦੋਂ ਅਹੁਦਾ ਪੱਕੇ ਤੌਰ ਤੇ ਸਾਲ ਲਈ ਮਿਲ ਜੇ, ਢਲਾਲੀ ਸਾਲ ਦੀ ਉਹਨਾਂ ਨੇ, ਪਰ ਹੁਣ ਕਿਵੇਂ ਸਰਵਾਈਵ ਕਰਨਾ, ਇਹ ਵੱਡਾ ਸਵਾਲ ਹੋਊਗਾ। ਸਰਦਾਰ ਜਗਤਾਰ ਸਿੰਘ ਜੀ, ਮੁੱਦਾ ਇੱਕ ਹੋਰ ਹੈ, ਉਹਨੂੰ ਅਸੀਂ ਬਾਅਦ ਚ ਐਡਰੈਸ ਕਰ ਲੈਂਦੇ। ਕੇਜਰੀਵਾਲ ਕਿਵੇਂ ਨਜਿੱਠਣਗੇ ਐਮਐਲਏ ਨਾਲ ਰਣਨੀਤੀ ਬਣਾ ਰਿਹਾ, ਪਰ ਮੈਂ ਤੁਹਾਡੇ ਕੋਲ ਜਿਸ ਮੁੱਦੇ ਨੂੰ ਲੈ ਕੇ ਆਉਣਾ ਹੈ, ਸਭ ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਲੈ ਕੇ, ਕਿਉਂਕਿ ਅਜਨਾਲੇ ਦੀਆਂ ਘਟਨਾਵਾਂ ਨੂੰ ਹੁਣ ਕਾਫੀ ਦਿਨ ਬੀਤ ਗਏ ਔਰ ਅੱਜ ਇੱਕ ਪੱਤਰ ਡੀਜੀਪੀ ਨੂੰ ਰਾਜਾ ਵੜਿੰਗ ਨੇ ਲਿਖਿਆ, ਕਾਂਗਰਸ ਦੇ ਪ੍ਰਧਾਨ, ਪ੍ਰਦੇਸ਼ ਪ੍ਰਧਾਨ। ਇਹਨੂੰ ਕਿਵੇਂ ਲਈਏ ਅਸੀਂ, ਇਹਦੇ ਕੀ ਅਰਥ ਲਈਏ? ਤੁਹਾਨੂੰ ਲੱਗਦਾ ਇਹ ਕੋਈ ਪ੍ਰੈਸ਼ਰ ਡੀਜੀਪੀ ਤੇ ਬਣੂਗਾ? ਇਹ ਆਲਰੇਡੀ ਕੋਈ ਉਹਨਾਂ ਦੀ ਰਣਨੀਤੀ ਹੋਵੇ ਡੀਜੀਪੀ ਦੀ, ਜਾਂ ਨਾ ਹੋਵੇ, ਜਾਂ ਬਚ ਕੇ ਲੰਘਣ ਦਾ ਤਰੀਕਾ ਹੋਵੇ? ਕਾਂਗਰਸ ਇੱਕ ਪ੍ਰੈਸ਼ਰ ਬਣਾ ਰਹੀ ਹੈ, ਕਾਂਗਰਸ ਪੰਜਾਬ ਦੀ ਹਤੈਸ਼ੀ ਦੱਸਣਾ ਚਾਹੁੰਦੀ ਹੈ, ਉਹ ਆਪਣੀ ਸੈਕੂਲਰ ਅਪਰੋਚ ਨੂੰ ਬਣਾਈ ਰੱਖਣਾ ਚਾਹੁੰਦੀ ਹੈ। ਇਹ ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਤੇ ਰਾਜਾ ਵੜਿੰਗ ਕਰ ਰਹੇ ਨੇ, ਇਹ ਇੱਕ ਲਾਈਨ ਲੈਣਾ ਚਾਹ ਰਹੇ ਨੇ, ਜਾਂ ਇਹਨੂੰ ਕਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਅਨੁਭਵ ਚੋਂ? ਦੇਖੋ, ਹਿਤੈਸ਼ੀ ਤਾਂ ਆਪਣੇ ਆਪ ਨੂੰ ਹਰ ਪਾਰਟੀ ਹੀ ਕਹਿੰਦੀ ਹੈ, ਭਾਵੇਂ ਪੰਜਾਬ ਦੀ ਹਿੱਤ ਦੀ ਗੱਲ ਕਰੇ ਜਾਂ ਨਾ ਕਰੇ। ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ 2024 ਲੋਕ ਸਭਾ ਦੀ ਲੜਾਈ ਹੈ, ਉਹ ਪੰਜਾਬ ਵਿੱਚ ਹੁਣ ਸ਼ੁਰੂ ਹੋ ਗਈ ਜ਼ੋਰ ਸ਼ੋਰ ਨਾਲ। ਆਲਰੇਡੀ ਜਿਹੜੀ ਸਿਚੁਏਸ਼ਨ ਬਣ ਰਹੀ ਹੈ, ਐਮਰਜ ਹੋ ਰਹੀ ਹੈ, ਉਹਦੇ ਵਿੱਚ ਇੱਕ ਡਰ ਦਾ, ਇੱਕ ਸਹਿਮ ਦਾ ਮਾਹੌਲ ਕ੍ਰੀਏਟ ਹੋ ਰਿਹਾ ਹੈ ਤੇ ਪੋਲੀਟੀਕਲ ਸਪੇਸ ਬੜੀ ਵੇਕੈਂਟ ਹੈ ਪੰਜਾਬ ਦੇ ਵਿੱਚ। ਹਿਸਟੋਰੀਕਲੀ ਆਪਾਂ ਜੇ ਦੇਖੀਏ ਤੇ ਪੰਜਾਬ ਦੇ ਵਿੱਚ ਇੱਕ ਮੇਜਰ ਸੈਕਸ਼ਨ ਹਿੰਦੂ ਪਾਪੂਲੇਸ਼ਨ ਦਾ, ਮੈਨੂੰ ਲਫ਼ਜ਼ ਵਰਤਣਾ ਪੈ ਰਿਹਾ ਹੈ, ਮਜਬੂਰੀ ਹੈ, ਉਹਦੇ ਬਾਰੇ ਕਿਹਾ ਜਾਂਦਾ ਹੈ ਵੀ ਜਦੋਂ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਉਸ ਸੈਕਸ਼ਨ ਤੇ ਬੜਾ ਸਿੱਧਾ ਅਸਰ ਪੈਂਦਾ ਹੈ। ਇਹ ਜਿਹੜੇ ਪੀਸਫੁਲ ਆਪਣੇ ਕਿਸਾਨ ਸਟਰਗਲ ਚੱਲੀ ਸੀ, ਉਦੋਂ ਵੀ ਇੱਕ ਸੈਕਸ਼ਨ ਨੇ ਕਿਹਾ ਸੀ ਜੀ ਦੇਖੋ ਜੀ ਇਹ ਅੱਤਵਾਦ ਆ ਰਿਹਾ, ਉਦੋਂ ਵੀ ਗੱਲ ਚੱਲੀ ਸੀ ਕਿ ਇਹਦੇ ਨਾਲ ਜੀ ਉਦਯੋਗ ਇਫੈਕਟ ਹੋ ਰਿਹਾ ਹੈ। ਹੁਣ ਵੀ ਉਹੀ ਹੈ ਕਿ ਜੇ ਜੋ ਕੁਝ ਅੰਮ੍ਰਿਤਪਾਲ ਹੋਰੀ ਕਰ ਰਹੇ ਹੈ ਉਹਦਾ ਇਸ ਸੈਕਸ਼ਨ ਤੇ ਕੀ ਅਸਰ ਪਵੇਗਾ, ਤੇ ਉਹ ਸੈਕਸ਼ਨ ਜੇ ਇਲੈਕਸ਼ਨ ਦੇ ਦੌਰਾਨ ਕਿਵੇਂ ਬਿਹੇਵ ਕਰੇਗਾ, ਇਲੈਕਟੋਰਲ ਬਿਹੇਵੀਅਰ ਉਸ ਸੈਕਸ਼ਨ ਦਾ ਕੀ ਹੋਏਗਾ। ਮੈਨੂੰ ਇਹ ਲੱਗ ਰਿਹਾ ਕਿ ਇਸ ਸੈਕਸ਼ਨ ਨੂੰ ਵੋ ਕਰਨ ਵਾਸਤੇ ਤੇ ਮੋਡਰੇਟ ਸਿੱਖ ਸੈਕਸ਼ਨ ਨੂੰ ਵੋ ਕਰਨ ਵਾਸਤੇ ਇੱਕ ਰੇਸ ਸ਼ੁਰੂ ਹੋ ਗਈ। ਰੇਸ ਮੈਨੂੰ ਲੱਗਦਾ ਹੈ ਕਿ ਬੀਜੇਪੀ ਤੇ ਕਾਂਗਰਸ ਦੇ ਵਿੱਚ, ਕਿਉਂਕਿ ਅਕਾਲੀ ਦਲ ਹਜੇ ਉਸ ਸਥਿਤੀ ਵਿੱਚ ਨਹੀਂ ਹੈ। ਖਾਸ ਕਰਕੇ ਸੰਗਰੂਰ, ਜੇ ਆਪਾਂ ਲੋਕ ਸਭਾ ਬਾਈ ਇਲੈਕਸ਼ਨ ਦਾ ਰਿਜ਼ਲਟ ਦੇਖੀਏ, ਜਿਸ ਤਰੀਕੇ ਨਾਲ ਇਹ ਪਾਰਟੀ 5ਵੇਂ ਨੰਬਰ ਤੇ ਰਹੀ, ਤੇ ਹਜੇ ਤੱਕ ਕੋਈ ਐਸਾ ਇੰਡੀਕੇਸ਼ਨ ਜਾਂ ਚਿੰਨ੍ਹ ਨਹੀਂ ਮਿਲ ਰਿਹਾ ਕਿ ਇਹ ਪਾਰਟੀ ਰਿਵਾਈਵ ਹੋ ਰਹੀ ਹੋਵੇ। ਮੋਰਓਵਰ ਹੁਣ ਜਿਹੜੀ ਚਾਰਜ ਸ਼ੀਟ ਦਾਖਲ ਹੋ ਗਈ ਹੈ, ਇਹਦਾ ਇੰਪੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ, ਇਹ ਗੱਲ ਦੇਖਣ ਵਾਲੀ ਹੈ। ਕੀ ਪਾਰਟੀ ਦੀ ਲੀਡਰਸ਼ਿਪ ਇਹਨੂੰ ਓਵਰਕਮ ਕਰ ਸਕਦੀ ਹੈ ਕਿ ਨਹੀਂ, ਉਹ ਗੱਲ ਹੈਗੀ ਹੈ। ਹੁਣ ਜੋ ਕੁਝ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਿੱਠੀ ਲਿਖੀ ਹੈ ਡੀਜੀਪੀ ਨੂੰ, ਉਹਦੇ 'ਚ ਉਹਨਾਂ ਨੇ ਸਪਸ਼ਟ ਵਰਚੁਅਲੀ ਵਾਰ ਥ੍ਰੈਟ ਕੀਤਾ ਹੈ ਕਿ ਜੇ ਤੁਸੀਂ ਅੰਮ੍ਰਿਤਪਾਲ ਦੇ ਵਿਰੁੱਧ ਐਕਸ਼ਨ ਨਹੀਂ ਲੈਂਦੇ ਤੇ ਅਸੀਂ ਸੜਕਾਂ ਤੇ ਉਤਰਾਂਗੇ। ਗੱਲ ਇਹ ਹੈ ਕਿ ਹੁਣ ਮੁਹਾਲੀ ਇੱਕ ਦਿਨ ਝਗੜਾ ਹੋਇਆ ਸੀ ਪੁਲਿਸ ਦਾ ਤੇ
ਸਿੱਖ ਐਕਟਿਵਿਸਟ ਹੈ ਉਹਨਾਂ ਦਾ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ 3 ਵਾਰੀ ਇਸ਼ਤਿਹਾਰ ਦਿੱਤਾ ਕਿ ਸਾਨੂੰ ਆਹ ਬੰਦੇ ਵਾਂਟਡ ਹੈਗੇ, ਤੇ ਇਹੀ ਸਿਚੁਏਸ਼ਨ ਰਾਦਰ ਇਸ ਤੋਂ ਜ਼ਿਆਦਾ ਅਜਨਾਲੇ ਰਿਪੀਟ ਹੋਈ ਸੀਗੀ। ਉੱਥੇ ਤਾਂ ਉਹਨਾਂ ਨੇ ਪੁਲਿਸ ਸਟੇਸ਼ਨ ਹੀ ਵਰਚੁਅਲੀ ਕੈਪਚਰ ਕਰ ਲਿਆ ਸੀਗਾ। ਤਾਂ ਲੋਕ ਪੈਰਲਲ ਡਰਾ ਕਰਦੇ ਆ, ਜੇ ਚੰਡੀਗੜ੍ਹ ਦੇ ਵਿੱਚ ਕੇਸ ਰਜਿਸਟਰ ਹੋ ਸਕਦਾ ਹੈ ਤੇ ਅਜਨਾਲੇ ਕਿਉਂ ਨਹੀਂ ਕੀਤਾ ਗਿਆ। ਇਹ ਇਸ਼ੂ ਬੜਾ ਸਾਹਮਣੇ ਖੁੱਲ ਕੇ ਖੜਾ ਹੈ। ਉਹ ਨਾਰਮਲੀ ਕੇਸ ਰਜਿਸਟਰ ਹੋ ਜਾਇਆ ਕਰਦੇ ਹੈ। ਕਿਸਾਨ ਸਟਰਗਲ ਦੇ ਕੇਸ ਹੁਣ ਤੱਕ ਚੱਲੀ ਜਾ ਰਹੇ ਹੈ, ਅਜੇ ਵਿਡਰਾ ਨਹੀਂ ਹੋਏ। ਜੀਰੇ ਦੇ ਕੇਸ ਰਜਿਸਟਰ ਹੋ ਗਏ। ਸੋ ਪੈਰਲਲ ਸਾਹਮਣੇ ਹੈ। ਸੋ ਇੱਕ ਗੱਲ ਇਸ਼ੂ ਸਿਰਫ ਇਹ ਨਹੀਂ ਹੈ ਕਿ ਇਹਨਾਂ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਵਾਇਲੈਂਟ ਮੁਜ਼ਾਹਰਾ ਕੀਤਾ ਤੇ ਅਕਾਲੀ ਆਪਣੇ ਪੁਲਿਸ ਸਟੇਸ਼ਨ ਟੇਕ ਓਵਰ ਕੀਤਾ। ਹੁਣ ਲੜਾਈ ਜਦੋਂ ਸ਼ੁਰੂ ਹੋ ਜਾਏ ਇਲੈਕਸ਼ਨ ਦੀ, ਤੇ ਉਹਦੇ ਵਿੱਚ ਇਹ ਸਾਰਾ ਕੁਝ ਹੀ ਨੈਰੇਟਿਵ ਬਿਲਡ ਹੋਏਗਾ। ਕਿਹੜੀ ਪਾਰਟੀ ਉਹ ਸਪੇਸ ਕੈਪਚਰ ਕਰਦੀ ਹੈ, ਲੜਾਈ ਉਸ ਚੀਜ਼ ਦੀ ਹੈ। ਤੇ ਮੈਂ ਇਸ ਚਿੱਠੀ ਨੂੰ ਇਹਨਾਂ ਦੇ ਨੂੰ ਉਸ ਥਾਂ ਤੇ ਪਲੇਸ ਕਰਕੇ ਦੇਖਦਾ ਹਾਂ, ਕਿਉਂਕਿ ਪੰਜਾਬ ਦੇ ਵਿੱਚ ਜੇ ਆਪਾਂ ਪਿੱਛੇ ਨਿਗਾਹ ਮਾਰੀਏ, ਜਿਹੜੀ ਹਿੰਦੂਆਂ ਦੀ ਪਾਰਟੀ ਗਿਣੀ ਜਾਂਦੀ ਸੀ ਉਹ ਜਨਸੰਘ ਜਾਂ ਬਾਅਦ ਦੇ ਵਿੱਚ ਬੀਜੇਪੀ, ਇਹ ਨਹੀਂ ਸੀ ਕਦੇ ਵੀ। ਪੰਜਾਬ ਵਿੱਚ ਮੁੱਖ ਤੌਰ ਤੇ ਹਿੰਦੂ ਵਿਊ ਦੀ ਆਰਟੀਕੂਲੇਸ਼ਨ ਹਮੇਸ਼ਾ ਕਾਂਗਰਸ ਨੇ ਕੀਤੀ ਹੈ। ਬਾਕੀ ਸਟੇਟਸ ਦਾ ਤੇ ਪੰਜਾਬ ਦਾ ਇੱਥੇ ਬਹੁਤ ਫਰਕ ਹੈ। ਪੰਜਾਬ ਦਾ ਜਿਹੜਾ ਪੋਲੀਟੀਕਲ ਡਿਸਕੋਰਸ ਹੈ ਬਾਕੀ ਸਾਰੀਆਂ ਸਟੇਟਸ ਤੋਂ ਵੱਖਰਾ ਹੈ। ਇੱਥੇ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ ਔਰ ਕਾਂਗਰਸ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਸੀ। ਇੱਕ ਸੈਕਸ਼ਨ ਹਿੰਦੂਆਂ ਦਾ ਉਹਦੀ ਨੁਮਾਇੰਦਗੀ ਸਿਰਫ ਬੀਜੇਪੀ ਜਾਂ ਉਸ ਤੋਂ ਪਹਿਲਾਂ ਜਨਸੰਘ ਕਰਦੀ ਸੀ। ਮੇਨ ਆਰਟੀਕੂਲੇਸ਼ਨ ਜਾਂ ਉਹਨਾਂ ਦੇ ਮੇਨ ਕੰਸਰਨ ਹਿੰਦੂ ਸੈਕਸ਼ਨ ਦੇ ਕਾਂਗਰਸ ਆਰਟੀਕੂਲੇਟ ਕਰਦੀ ਸੀ। ਹੁਣ ਅਕਾਲੀ ਦਲ ਦੀ ਸਪੇਸ ਵੀ ਖਾਲੀ ਹੈ ਤੇ ਕਾਂਗਰਸ ਆਪਣੀ ਜਿਹੜੀ ਖੋਈ ਹੋਈ ਗੁਆਚੀ ਹੋਈ ਉਹਨਾਂ ਦੀ ਸਾਖ ਹੈ ਉਹ ਰੀਕੈਪਚਰ ਕਰਨਾ ਚਾਹੁੰਦੀ ਹੈ। ਸਪੇਸ ਉਹੀ ਹੈ। ਇਸੇ ਸਪੇਸ ਤੇ ਟਾਰਗੇਟ ਕਰ ਰਿਹਾ ਹੈ ਬੀਜੇਪੀ ਵਾਲੇ ਜੀ। ਜੇ ਉਹ ਹਿੰਦੂਆਂ ਨੂੰ ਨਾਲ ਲੈ ਲੈਂਦੇ ਹੈ ਤੇ ਸਿੱਖਾਂ ਦੇ ਇੱਕ ਸੈਕਸ਼ਨ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਲੜਾਈ ਬੇਸਿਕਲੀ ਹੁਣ ਬੀਜੇਪੀ ਤੇ ਕਾਂਗਰਸ ਦੇ ਵਿੱਚ 2024 ਦੀ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ। ਵੈਸੇ ਤਾਂ ਤੁਸੀਂ ਜੋ ਕਹਿ ਰਹੇ ਹੋ, ਇਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਧਰੁਵੀਕਰਨ ਤਾਂ ਹੋ ਹੀ ਚੁੱਕਿਆ, ਤੇ ਜਿਹੜੀ ਕੱਟੜਵਾਦ ਦੇ ਖਿਲਾਫ ਹਿੰਦੂ ਵਰਗ ਹੈ ਖਾਸ ਤੌਰ ਤੇ, ਉਹਨੇ ਆਪ ਮੁਹਾਰੇ ਬੀਜੇਪੀ ਵੱਲ ਚਲੇ ਹੀ ਜਾਣਾ ਦੋ ਧਿਰਾਂ ਦੀ ਲੜਾਈ ਦੇ ਵਿੱਚ। ਔਰ ਇਹੀ ਚੀਜ਼ ਸ਼ਾਇਦ ਚੈਂਪੀਅਨ ਬਣ ਕੇ ਰਾਜਾ ਵੜਿੰਗ, ਤੁਹਾਡੇ ਕਹਿਣ ਦਾ ਮਤਲਬ ਕਿ ਇਹਨੂੰ ਬਚਾਉਣਾ ਚਾਹ ਰਿਹਾ, ਖਾਸ ਤੌਰ ਤੇ ਦੁਆਬੇ ਦੇ ਜਲੰਧਰ ਦਾ ਉਹ ਵੋਟਰ ਜਿਹੜਾ ਵੋਟਰ ਸਤਰਕ ਹੈ ਔਰ ਇਕੱਠਾ ਹੋ ਕੇ ਪੈ ਜਾਂਦਾ ਆਮ ਤੌਰ ਤੇ ਸ਼ਹਿਰੀ ਵਪਾਰੀ ਵਰਗ। ਇਹ ਸਵਾਲ ਤੁਹਾਡਾ? ਹਾਂ, ਮੈਂ ਬਿਲਕੁਲ ਕਲੀਅਰ ਇਹ ਗੱਲ ਕਰ ਰਿਹਾ। ਤੇ ਆਪਾਂ ਹੁਣ ਇਸ ਤੋਂ ਬਾਅਦ ਰੂਲਿੰਗ ਪਾਰਟੀ ਦਾ ਆਪ ਹੈ। ਦੇਖੋ, ਆਪਾਂ ਹਜੇ ਉਹਦੀ ਗੱਲ ਨਹੀਂ ਕੀਤੀ, ਅਸੀਂ ਉੱਤੇ ਆਉਂਦੇ ਆ। ਮੈਨੂੰ ਜੇ ਤੁਸੀਂ ਆਗਿਆ ਦਿਓ, ਸਰਦਾਰ ਹਮੀਰ ਸਿੰਘ ਉਹਨਾਂ ਨੂੰ ਇੱਥੇ ਨਾਲ ਲੈ ਲਈਏ ਥੋੜੀ ਦੇਰ ਲਈ। ਸਰਦਾਰ ਹਮੀਰ ਸਿੰਘ ਜੀ, ਇਹ ਕਿਉਂਕਿ ਕਾਂਗਰਸ ਨੇ ਪਹਿਲ ਉਧਰੋਂ ਵੀ ਕਰ ਲਈ। 2 ਦਿਨ ਪਹਿਲਾਂ, ਲਗਭਗ 48 ਘੰਟੇ ਪਹਿਲਾਂ, ਉਹਨਾਂ ਨੇ ਇੱਥੇ ਜ਼ਿਮਨੀ ਚੋਣ ਲਈ ਆਪਣਾ ਇੰਚਾਰਜ ਲਾਤਾ ਹੈ ਹਿਮਾਚਲ ਦੇ ਉਪ ਮੁੱਖ ਮੰਤਰੀ ਨੂੰ। ਪਾਵਰ ਦੇ ਵਿੱਚ ਬੈਠਾ ਬੰਦਾ ਵੈਸੇ ਹੀ ਸਮਰੱਥ ਹੁੰਦਾ, ਲੋਕ ਉਹਦੇ ਨਾਲ ਛੇਤੀ ਜੁੜ ਵੀ ਜਾਂਦੇ ਆ ਵੀ ਇਹ ਮੁੱਖ ਮੰਤਰੀ ਜੀ, ਇਹ ਉਪ ਮੁੱਖ ਮੰਤਰੀ ਹੈ ਜੀ, ਇਹ ਵੱਡਾ ਮੰਤਰੀ ਹੈ ਜੀ। ਹੁਣ ਜਦੋਂ ਇਸ ਤਰ੍ਹਾਂ ਦੀ ਇੱਕ ਤਰੀਕਾ ਅਪਣਾਇਆ, ਇਹ ਪੈਟਰਨ ਅਪਣਾਇਆ ਜਿਹੜਾ ਪਹਿਲਾਂ ਵੀ ਅਪਣਾਇਆ ਜਾਂਦਾ ਰਿਹਾ, ਇਹਦਾ ਮਤਲਬ ਉਹਨਾਂ ਨੇ ਆਪਣੀ ਜਿਹੜੀ ਇਲੈਕਸ਼ਨ ਹੈ ਸ਼ੁਰੂ ਕਰਤੀ। ਤੇ ਜੇ ਇਲੈਕਸ਼ਨ ਸ਼ੁਰੂ ਹੋ ਗਈ ਤਾਂ ਮੈਂ ਤੁਹਾਡੇ ਕੋਲ ਬਹੁਤ ਸੰਖੇਪ ਚ ਇਹ ਜਾਣਨਾ ਚਾਹੁੰਦਾ, ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਨੇ ਬਿਲਕੁਲ ਵੱਖਰਾ ਰੰਗ ਦਿਖਾਇਆ। ਜਿਹੜੀ ਭਗਵੰਤ ਮਾਨ ਦੀ ਆਪਣੀ ਹੋਮ ਟਰਫ ਸੀ, ਉਹਦੇ ਉੱਤੇ ਉਹਨਾਂ ਦੀ ਪਲਟੀ ਵੱਜ ਗਈ। ਆਮ ਤੌਰ ਤੇ ਸਾਡੇ ਟ੍ਰੈਂਡ ਦੇ ਉਲਟ ਗਿਆ ਸਾਰਾ ਕੁਝ ਕਿ ਸੱਤਾਧਾਰੀ ਕਦੇ ਜ਼ਿਮਨੀ ਨਹੀਂ ਹਾਰਦੇ, ਜ਼ਿਮਨੀ ਚੋਣ ਨਹੀਂ ਹਾਰਦੇ। ਹੁਣ ਜਲੰਧਰ, ਕਿਉਂਕਿ ਇਹ ਮਾਲਵਾ ਨਹੀਂਗਾ, ਇਹ ਕਿਉਂਕਿ ਮਾਝਾ ਨਹੀਂਗਾ ਜਿੱਥੇ ਇਕੱਠੇ ਪਾਰਟੀਆਂ ਨਾਲ ਬੱਝੇ ਲੋਕ ਆ, ਦੁਆਬਾ ਹੈ, ਤੇ ਦੁਆਬੇ ਦੇ ਵਿੱਚ ਇਹ ਸੀਟ ਵੀ ਰਵਾਇਤੀ ਕਾਂਗਰਸ ਦੀ ਆ। ਇੱਥੇ ਹੁਣ ਜੋ ਮਾਹੌਲ ਬਣਿਆ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਨਹੀਂ, ਇੱਕ ਤਾਂ ਇਹ ਗੱਲ ਹੈ ਕਿ ਜਿਹੜਾ ਦੁਆਬੇ ਦੀ ਸੀਟ ਖਾਲੀ ਹੋਈ ਹੈ, ਕਾਂਗਰਸ ਲਈ ਚੈਲੰਜ ਹੈਗਾ ਹੀ ਆ ਕਿ ਉਹ ਰਿਟੇਨ ਕਰ ਪਾ ਰਹੇ ਨੇ ਜਾਂ ਨਹੀਂ। ਦੂਜਾ, ਅਸੈਂਬਲੀ ਬਾਈ ਇਲੈਕਸ਼ਨ ਹੋਵੇ ਤੇ ਪਾਰਲੀਮੈਂਟ ਦੀ ਬਾਈ ਇਲੈਕਸ਼ਨ ਹੋਵੇ, ਚਾਹੇ ਜਨਰਲ ਦੋਨੋਂ ਇਲੈਕਸ਼ਨ ਹੋਣ, ਇਹਦੇ ਚ ਲੋਕਾਂ ਦਾ ਵੋਟ ਪਾਉਣ ਦਾ ਪੈਟਰਨ ਅਲੱਗ-ਅਲੱਗ ਹੁੰਦਾ। ਜ਼ਰੂਰੀ ਨਹੀਂ ਉਹ ਸੇਮ ਪੈਟਰਨ ਹੁੰਦਾ ਜਿਹੜਾ ਅਸੈਂਬਲੀ ਵੇਲੇ ਹੋਇਆ ਤੇ ਪਾਰਲੀਮੈਂਟ ਵੇਲੇ ਉਹੀ ਰਹੇਗਾ। ਤੀਜੀ ਗੱਲ ਇਹ ਹੈ ਕਿ 2019 ਦੀ ਇਲੈਕਸ਼ਨ ਨੂੰ ਵੀ ਥੋੜਾ ਜਿਹਾ ਧਿਆਨ ਦੇ ਰੱਖਣਾ ਪਊਗਾ, ਤਵੱਜੋ ਦੇਣੀ ਪਏਗੀ। ਉਹਨੂੰ ਬਿਲਕੁਲ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਉਹਦੇ ਚ ਜਿਹੜੀ ਪਾਰਲੀਮੈਂਟ ਦਾ ਤੇ ਅਸੈਂਬਲੀ ਤੱਕ ਆਉਂਦੇ ਕਿੰਨਾ ਤਬਦੀਲ ਹੋਇਆ।
19,491 ਵੋਟਾਂ ਤੇ ਚੌਧਰੀ ਜਿੱਤੇ ਸੀ। ਸੈਕੰਡ ਅਕਾਲੀ ਦਲ ਦਾ ਕੈਂਡੀਡੇਟ ਸੀ ਚਰਨਜੀਤ ਸਿੰਘ ਅਟਵਾਲ, ਤੇ ਤੀਜੇ ਤੇ ਬੀਐਸਪੀ ਸੀ। 2 ਲੱਖ ਤੋਂ ਉੱਪਰ ਵੋਟ ਉਹ ਲੈ ਕੇ ਗਏ ਸੀ, ਲਗਭਗ 1.5 ਲੱਖ ਦਾ ਮਾਰਜਨ ਸੀਗਾ, 1.25 ਲੱਖ ਦਾ ਜਿਹੜਾ ਤੀਜੇ ਕੈਂਡੀਡੇਟ ਦਾ ਵੀ। ਹੁਣ ਬੀਐਸਪੀ ਤੇ ਅਕਾਲੀ ਦਲ ਦਾ ਗੱਠਜੋੜ ਬਣਿਆ ਸੀ, ਅਗਲੀ ਅਸੈਂਬਲੀ ਇਲੈਕਸ਼ਨ ਚ ਆ ਕੇ ਬੀਜੇਪੀ ਨਾਲੋਂ ਟੁੱਟ ਗਿਆ ਸੀ। ਲੋਕ ਸਭਾ ਚ ਬੀਜੇਪੀ ਨਾਲ ਮਿਲ ਕੇ ਅਕਾਲੀ ਦਲ ਲੜਿਆ ਸੀ। ਇਹ ਅਲਾਇੰਸ ਚ ਵੀ ਅਲੱਗ-ਅਲੱਗ ਹੋ ਗਏ, ਜਿਹੜੇ ਪਹਿਲਾਂ ਵਰਗੇ ਨਹੀਂ ਸੀ। ਜਿਹੜੇ ਐਤਕੀ ਚੋਣ ਲੜੀ ਜਾਊਗੀ ਉਹ ਟੋਟਲੀ ਵੱਖਰੇ ਨੇ। ਤੇ ਜੇ ਐਟ ਪ੍ਰੈਜ਼ੈਂਟ ਪੋਜੀਸ਼ਨ ਦੇਖੀਏ ਤੇ ਉੱਥੇ ਆਪ ਦੇ ਪਾਰਲੀਮੈਂਟ ਦੇ 9 ਦੇ 9 ਹਲਕਿਆਂ ਚ ਆਪ ਦੇ ਐਮਐਲਏ ਸੀ ਤੇ ਮੰਤਰੀ ਵੀ ਬਣੇ, ਉਹਦੇ ਚੋਂ ਕਈ ਜਿਹੜੇ ਬਾਕੀ ਸੈਕੰਡਰੀ ਸੀ। ਇੱਥੇ ਆਮ ਆਦਮੀ ਪਾਰਟੀ ਕੇਵਲ 3 ਮਤਲਬ 4 ਸੀਟਾਂ ਇਹੋ ਜਿਹੀਆਂ ਨੇ ਜਿੱਥੇ ਥਰਡ ਰਹੀ ਸੀ। ਇਹਦੇ ਚ ਵੀ ਜਦੋਂ ਵੇਵ ਹੈ, ਜਦੋਂ ਮਤਲਬ ਇਹ ਚੱਲ ਰਿਹਾ ਸੀ ਨਾ 17-22 ਚ ਤਾਂ ਅਸੈਂਬਲੀ ਚ ਆਪਾਂ ਇਹੀ ਕਹਿੰਦੇ ਸੀ ਕਿ ਲਗਭਗ ਇੱਕ ਵੇਵ ਵਰਗੀ ਗੱਲ ਸੀ। 3 ਸੀਟਾਂ ਤੇ ਅਕਾਲੀ ਦਲ ਤੇ 1 ਤੇ ਬੀਐਸਪੀ ਸੈਕੰਡ ਰਹੇ ਸੀ, ਨੇੜੇ ਦੇ ਸੈਕੰਡ, ਜੇ ਉਹਦੇ ਚ 5 ਕਾਂਗਰਸ ਕੋਲ ਸੀ। ਜੇ ਟੈਕਨੀਕਲਿਟੀ ਵੀ ਦੇਖੀਏ ਜਿਹਦੇ ਚ ਇਹਦਾ ਵੀ ਕਿੰਨਾ ਕੁ ਫਰਕ ਪਊਗਾ, ਨਹੀਂ ਉਹ ਬਾਅਦ ਦੀ ਗੱਲ ਹੈ। ਹਾਲਾਂਕਿ ਪੂਰਾ ਫਰਕ ਕਈ ਵਾਰ ਨਹੀਂ ਪੈਂਦਾ ਹੁੰਦਾ ਉਵੇਂ ਚ ਪੁਰਾਣੀਆਂ ਉਹਦਾ, ਪਰ ਇੱਕ ਪਾਰਟੀਆਂ ਦੀ ਪਰਮਾਨੈਂਟ ਇੱਕ ਵੋਟ ਬੈਂਕ ਦਾ ਥੋੜਾ ਅਸਰ ਜ਼ਰੂਰ ਹੈ ਕਿ ਆਪ ਉਹ ਪੋਜੀਸ਼ਨ ਚ ਨਹੀਂ ਹੈ ਜਿਹੜੀ ਪੋਜੀਸ਼ਨ ਚ ਸੰਗਰੂਰ ਚ ਸੀ। ਉੱਥੇ ਭਗਵੰਤ ਮਾਨ ਜਿੱਤੇ ਹੋਏ ਸੀ, ਅੱਜ ਲੋਕ ਸਭਾ ਦਾ ਇੱਕ ਵੀ ਐਮਪੀ ਉਹਨਾਂ ਕੋਲ ਨਹੀਂ ਹੈ। ਇਸ ਲਈ ਉਹਦੇ ਲਈ ਇਹ ਚੈਲੰਜ ਹੋਏਗਾ ਕਿ ਉਹਨਾਂ ਦਾ ਇੱਕ ਐਮਪੀ ਤਾਂ ਕਿਤੋਂ ਚਲਾ ਜਾਏ ਕਿਸੇ ਤਰੀਕੇ ਨਾਲ, ਜੇਕਰ ਚਲਾ ਜਾਂਦਾ ਜਾਂ ਉਹ ਹੈ। ਜਿਹੜਾ ਮਾਹੌਲ ਹੁਣ ਸਾਡੇ ਜਿਸ ਲੈਵਲ ਦਾ ਬਣਿਆ, ਬਿਲਕੁਲ ਇਹ ਗੱਲ ਹੈ ਕਿਉਂਕਿ ਇੱਥੇ ਹਿੰਦੂ ਤੇ ਦਲਿਤ ਵੋਟ ਮੈਟਰ ਜ਼ਿਆਦਾ ਕਰਦੀ ਹੈ ਇਸ ਜਲੰਧਰ ਦੀ ਸੀਟ ਦੇ ਉੱਤੇ ਮੁਕਾਬਲਤਨ ਬਾਕੀ ਦੇ। ਬੀਜੇਪੀ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਦੌਰਾਨ ਵੀ ਇੱਥੋਂ ਦਲਿਤ ਵੋਟ ਬੈਂਕ ਨੂੰ ਟਰਾਈ ਕੀਤਾ ਵੀ ਸ਼ਾਇਦ ਉਸ ਲੈਵਲ ਦਾ ਸਾਡਾ ਉਹ ਆਵੇ, ਔਰ ਸਾਂਪੜਾ ਨੂੰ ਮਤਲਬ ਚੇਅਰਮੈਨ ਬਣਾਉਣ ਤੱਕ ਦਾ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਦਾ ਸੀ, ਉਹ ਸਾਰੀਆਂ ਚੀਜ਼ਾਂ ਸ਼ਾਇਦ ਉਹਦਾ ਇੱਕ ਹਿੱਸਾ ਸੀ, ਔਰ ਹਿੰਦੂ ਸੈਂਟੀਮੈਂਟ ਨੂੰ ਵੀ। ਪਰ ਨਾਰਮਲੀ ਪੰਜਾਬ ਦਾ ਹਿੰਦੂ ਮੇਰੇ ਖਿਆਲ ਹੈ ਇਹ ਦੇਖਦਾ ਵੀ ਸੈਂਟਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਉਹਦੀ ਸਰਕਾਰ ਬਣਨੀ ਚਾਹੀਦੀ ਹੈ। ਉਹ ਜਿਹੜਾ ਵੋਟ ਪੈਟਰਨ ਉਸ ਲੈਵਲ ਦਾ ਐਡੀ ਜਲਦੀ ਬੀਜੇਪੀ ਨਾਲ ਚਲਾ ਜਾਏਗਾ ਐਸੇ ਵਾਈ ਇਲੈਕਸ਼ਨ ਚ, ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਲੈਵਲ ਦਾ ਸੈਂਟੀਮੈਂਟ ਉਸ ਪੱਧਰ ਤੇ ਬਣੇਗਾ। ਹਾਂ, ਬੀਜੇਪੀ ਵੀ ਖੜੇ ਕਰਨਗੇ ਤਾਂ ਉਹ ਹੋਏਗਾ, ਔਰ 4 ਪਾਰਟੀਆਂ ਦਾ ਸਿਚੁਏਸ਼ਨ ਜਿਹੜੀ ਹੈ, ਔਰ ਉਹਦੇ ਚੋਂ ਕੋਈ 5 ਵੀ ਉੱਥੇ ਮਾਨ ਸੀ, ਇੱਥੇ ਮਾਨ ਵੀ ਕੋਈ ਨਹੀਂ ਹੈ। ਇਹੋ ਜਿਹਾ ਨਜ਼ਰ ਆਉਂਦਾ ਨਾ ਵੀ ਕੋਈ ਇੱਕ ਬੰਦਾ ਹੀ ਐਡਾ ਵੱਡਾ ਹੁੰਦਾ ਜਿਹੜਾ ਚਲੋ ਚੋਣ ਲੜਦਾ ਹੁੰਦਾ ਜਾਂ ਬਾਕੀ ਦੀਆਂ ਚੀਜ਼ਾਂ ਕਰਦਾ ਹੁੰਦਾ ਉਸ ਲੈਵਲ ਦੇ ਉੱਤੇ। ਇਸ ਲਈ ਇਹ ਉਦੋਂ ਉਲਝਣ ਭਰਪੂਰ ਗੱਲ ਹੈ ਕਿ ਇਹਦਾ ਨਤੀਜਾ ਕੀ ਹੋਏਗਾ, ਕਿਸ ਲੈਵਲ ਦਾ ਹੋਏਗਾ। ਔਰ ਬਿਲਕੁਲ ਅਕਾਲੀ ਦਲ ਨੇ ਵੀ ਜਿਸ ਲੈਵਲ ਦਾ ਐਟੀਟਿਊਡ, ਵਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ ਸੁਣੋ, ਸੁਖਬੀਰ ਦੀ, ਉਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਹਿੰਦੂ ਵੋਟ ਬੈਂਕ ਨੂੰ ਇਹ ਜਚਾਈਏ ਕਿ ਅਸੀਂ ਖੜੇ ਹਾਂ ਘੱਟੋ ਘੱਟ ਐਜ ਏ ਮਿਨੋਰਟੀ ਦੇ ਬਾਵਜੂਦ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹਨਾਂ ਦੇ 2 ਪ੍ਰੈਸ ਕਾਨਫਰੰਸਾਂ ਚ ਜਿਹੜਾ ਕਲੀਅਰ ਕੱਟ ਅੰਮ੍ਰਿਤਪਾਲ ਦੇ ਖਿਲਾਫ ਸਟੈਂਡ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਲਿਆ ਇਹਨਾਂ ਦੇ ਨਾਲੋਂ, ਬਾਕੀ ਦੇ ਨਾਲੋਂ। ਰਾਜਾ ਵੜਿੰਗ ਤਾਂ ਹੁਣ ਚਿੱਠੀ ਲਿਖਦਾ ਨਾ, 1 ਅਕਤੂਬਰ ਚ ਚਿੱਠੀ ਲਿਖੀ ਸੀ, ਅਕਤੂਬਰ ਚ ਚਿੱਠੀ ਲਿਖ ਕੇ ਛੱਡਤੀ, ਕੋਈ ਸੜਕ ਤੇ ਨਹੀਂ ਆਇਆ, ਤੇ ਇੱਕ ਹੁਣ 4 ਮਹੀਨਿਆਂ ਬਾਅਦ ਫਿਰ ਚਿੱਠੀ ਲਿਖੀ ਹੈ। ਤੇ ਉਹ ਪ੍ਰੈਕਟੀਕਲ ਗਰਾਊਂਡ ਤੇ ਕਿਵੇਂ ਕੰਮ ਕਰਨਗੇ ਉਦੋਂ ਬਾਅਦ ਦਾ ਕੁਐਸਚਨ ਹੈ। ਪਰ ਹਾਂ, ਇਹ ਜ਼ਰੂਰ ਗੱਲ ਹੈ ਕਿ ਸਾਰੇ ਲੋਕ ਕਲੀਅਰ ਹੋ ਗਏ ਇਸ ਇਲੈਕਸ਼ਨ ਪ੍ਰਤੀ ਵੀ ਹੁਣ ਪੂਰਾ ਜ਼ੋਰ ਸ਼ੋਰ ਲਾ ਲਓ, ਆਰਗੇਨਾਈਜ਼ ਕਰਨ ਲੱਗ ਜਾਓ। ਅਪ੍ਰੈਲ ਤੋਂ ਪਹਿਲਾਂ ਲਾਸਟ ਤੋਂ ਪਹਿਲਾਂ ਚੋਣ ਹੋਣੀ ਹੈ। ਜਦ ਵੀ ਕਦੇ ਇਲੈਕਸ਼ਨ ਕਮਿਸ਼ਨ ਇਹਨੂੰ ਕਰ ਦੂਗਾ ਤਾਂ ਸਾਰੇ 4 ਧਿਰਾਂ ਦੇ ਤਾਂ ਕੈਂਡੀਡੇਟ ਪੱਕੇ ਹੀ ਦਿਖਾਈ ਦੇਣਗੇ, ਜਿਹੜੇ ਵੀ ਆਉਣਗੇ, ਅਲਾਇੰਸ ਚ ਹੋਣ ਜਾਂ ਨਾਨ ਅਲਾਇੰਸ ਹੋਣ। ਤੁਸੀਂ ਜ਼ਿਕਰ ਕੀਤਾ ਬੀਜੇਪੀ ਨੂੰ ਵੋਟ ਨਹੀਂ ਮਿਲਦੀ ਲੱਗਦੀ, ਪਰ ਜੇ ਅਸੀਂ ਸੰਗਰੂਰ ਨੂੰ ਦੇਖੀਏ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ, ਜਿਹੜਾ ਕਿ ਉਸ ਖਿੱਤੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵੱਡੀ ਹਸਤੀ ਵਜੋਂ ਸੀ, ਰਾਜੋਆਣਾ, ਅਕਾਲੀ ਦਲ ਨੇ ਆਪਣਾ ਰਿਸਕ ਘੱਟ ਲਿਆ ਔਰ ਇਸ ਤਰ੍ਹਾਂ ਦੀ ਸੋਚ ਦੇ ਉੱਤੇ ਜਾ ਕੇ ਖੜੇ ਹੋਏ ਜਿੱਥੋਂ ਸਿਮਰਨਜੀਤ ਸਿੰਘ ਮਾਨ ਜਿੱਤ ਦਰਜ ਕਰ ਜਾਂਦੇ ਆ। ਉਹ ਲਗਭਗ ਇੱਕੋ ਜਿਹਾ ਹੀ ਨੈਰੇਟਿਵ ਸੀਗਾ ਤੇ ਇੱਕੋ ਜਿਹਾ ਹੀ ਵਿਚਾਰ ਪ੍ਰਵਾਹ ਸੀਗਾ, ਕਿਉਂਕਿ ਮਾਮਲਾ ਉਸ ਤੋਂ ਪਹਿਲਾਂ ਬੰਦੀ ਸਿੱਖਾਂ ਦੀ ਰਿਹਾਈ ਨਾਲ ਜੁੜ ਗਿਆ। ਹੁਣ ਇਹਦੇ ਵਿੱਚ ਜੇਕਰ ਬੀਜੇਪੀ 10% ਦੇ ਆਸ-ਪਾਸ ਉੱਥੇ ਵੋਟ ਲੈ ਜਾਂਦੀ ਹੈ, ਜਲੰਧਰ ਮੇਰੇ ਖਿਆਲ ਉਹਦੇ ਨਾਲੋਂ ਜ਼ਿਆਦਾ ਸ਼ਹਿਰੀ ਕਿਸਮ ਦਾ ਹੈ, ਤੇ ਜਲੰਧਰ ਦੀ ਆਪਣੀ ਵੋਟ ਵੀ ਕੋਈ 2 ਲੱਖ ਦੇ ਕਰੀਬ ਤਾਂ ਹੋਊਗੀ ਜੇ ਮੈਂ ਗਲਤ ਨਹੀਂ ਤਾਂ। ਤੇ ਇੱਥੋਂ ਮੈਨੂੰ ਲੱਗਦਾ ਬੀਜੇਪੀ ਨੂੰ ਆਸ ਜ਼ਿਆਦਾ ਹੋਊਗੀ, ਪਤਾ ਨਹੀਂ ਹੁਣ ਨਤੀਜੇ ਕੀ ਆਉਂਦੇ ਜੀ। ਇਹਦੇ ਚ ਇੱਕ ਫਰਕ ਜ਼ਰੂਰ ਹੈ, ਬੀਜੇਪੀ ਜਲੰਧਰ ਲੋਕਲ ਅਕਾਲੀ ਦਲ ਦੇ ਅਲਾਇੰਸ ਤੋਂ ਵੀ ਲੜਦੀ ਰਹੀ ਆਪ, ਤੇ ਬੀਜੇਪੀ ਸੈਕੰਡ ਵੀ ਆਈ ਹੈ ਤੇ ਇੱਕ ਸੀਟ ਤੇ ਮਤਲਬ ਕਾਫੀ ਵੋਟਾਂ ਲਈਆਂ ਨੇ ਲੋਕਲ ਦੇ, ਇਹ ਠੀਕ ਗੱਲ ਹੈ। ਪਰ ਜਿਹੜਾ ਸੰਗਰੂਰ ਚ ਲਈ 10% ਵੋਟ ਨਾ, ਉਹ ਵੋਟ ਪਹਿਲੀ ਗੱਲ ਤਾਂ ਕਾਂਗਰਸ ਚੋਂ ਆਇਆ ਲੀਡਰ ਸੀ, ਬਰਨਾਲਾ ਹਲਕਾ ਤੇ ਸੁਨਾਮ ਤੇ ਲਹਿਰਾ ਹਲਕਾ ਜਿਹੜਾ ਢੀਡਸਿਆ ਕਰਕੇ ਪਿਆ, ਤਿੰਨੇ ਕੱਢ ਦੋ, ਬੀਜੇਪੀ 3% ਤੋਂ ਉੱਪਰ ਨਹੀਂ ਜਾਂਦੀ। ਬਿਲਕੁਲ ਠੀਕ ਹੈ। ਉਹ ਇੰਡੀਵਿਜੂਅਲ ਅਸਰ ਵੀ ਹੁੰਦਾ, ਮਤਲਬ ਢੀਡਸਾ ਗਰੁੱਪ ਦਾ ਅਸਰ ਅੱਜ ਕੱਲ੍ਹ ਇਹ ਗਰੁੱਪ ਕਿੱਧਰ ਜਾਣਗੇ, ਇਹ ਵੀ ਉਹਨਾਂ ਇਹਨਾਂ ਦਾ ਉੱਥੇ ਤਾਂ ਹੈ ਨਹੀਂ, ਘੱਟੋ ਘੱਟ ਸੰਗਰੂਰ ਚ ਅਸਰ ਸੀਗਾ।
ਔਰ ਉਧਰ ਢਿੱਲੋਂ, ਕੇਵਲ ਢਿੱਲੋਂ ਦੀ ਬਰਨਾਲਾ ਆਪਣੀ ਸੀਟ ਸੀ, ਕਾਂਗਰਸ ਚੋਂ ਆਇਆ ਸੀ, ਕੁਝ ਉੱਥੋਂ ਮਿਲੀਆਂ ਜਾਂ ਇੱਥੋਂ ਤੇ ਸੈਕੰਡ ਵੀ ਰਹੇ ਇਹਨਾਂ ਸੀਟਾਂ ਦੇ ਉੱਤੇ ਉਹ ਬਣ ਕੇ, ਤਾਂ ਉੱਥੇ ਜਾ ਕੇ ਤੱਕ ਇਹ ਗੱਲ। ਇਹਦੇ ਵਿੱਚ ਕੋਸ਼ਿਸ਼ ਕਰ ਰਹੀਆਂ ਦੋਵੇਂ ਸੱਤਾਧਾਰੀ ਧਿਰਾਂ ਕਿ ਸਾਨੂੰ ਕੋਈ ਬਾਹਰੋਂ ਹੀ, ਭਾਵੇਂ ਕੋਈ ਵੱਡਾ ਉਮੀਦਵਾਰ, ਕੋਈ ਭਾਵੇਂ ਆਰਟਿਸਟ ਹੀ ਹੋਵੇ, ਕੋਈ ਕਲਾਕਾਰ ਹੋਵੇ, ਕੋਈ ਸਾਨੂੰ ਮਿਲ ਜਾਏ ਜਿਹਦੇ ਨਾਲ ਵੋਟ ਆਉਂਦੀ ਹੋਵੇ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਇਸ ਵੇਲੇ ਜੋ ਹਾਲਾਤ ਹੈ, ਜਿਹਦੇ ਵਿੱਚ ਅੰਮ੍ਰਿਤਪਾਲ ਦਾ ਵਰਤਾਰਾ ਵੀ ਹੈ, ਜਿਹਦੇ ਵਿੱਚ ਕੇਜਰੀਵਾਲ ਦੀ ਕਰਪਸ਼ਨ ਖਿਲਾਫ ਮੁਹਿੰਮ ਦੇ ਉੱਤੇ ਪ੍ਰਸ਼ਨ ਚਿੰਨ੍ਹ ਵੀ ਆ ਸਸੋਦੀਆ ਕਰਕੇ, ਜਿਹਦੇ ਵਿੱਚ ਇਹ ਵਿਵਾਦ ਵੀ ਨੇ ਸਾਰੇ, ਗਵਰਨਰ ਬਨਾਮ ਇਹਨੂੰ ਪ੍ਰਸ਼ਾਸਨਿਕ ਸਮਰੱਥਾ ਇਹਦੇ ਨਜ਼ਰੀਏ ਤੋਂ ਵੀ ਅੰਕਿਆ ਜਾ ਰਿਹਾ, ਜਿੱਥੇ ਅਕਾਲੀ ਦਲ ਨੂੰ ਵੀ ਝਟਕੇ ਲੱਗੇ ਹੋਏ ਆ ਹੁਣੇ ਕੁਝ ਚਾਰ ਸ਼ੀਟ ਕਰਕੇ। ਇਹਨਾਂ ਸਾਰੀਆਂ ਦੇ ਸਾਹਮਣੇ ਤੁਸੀਂ ਹੁਣ ਇੱਕ ਇੱਕ ਨੂੰ ਵਿਅਕਤੀਗਤ ਤੌਰ ਤੇ ਜਿਹੜੀ ਪਾਰਟੀ ਜਾਂ ਲੀਡਰ ਨੇ ਉਹਨਾਂ ਦੇ ਨਜ਼ਰੀਏ ਤੋਂ ਕਿਵੇਂ ਆਖ ਰਹੇ ਹੋ, ਕਿਹਨੂੰ ਬੈਨੀਫਿਟ ਹੋ ਸਕਦਾ, ਜਾਂ ਇਹ ਸਾਰੀਆਂ ਹੀ ਰੱਦ ਕੀਤੀਆਂ ਜਾਣਗੀਆਂ? ਇੱਥੇ ਫਿਰ ਹੋਊਗਾ ਕੀ? ਗੱਲ ਹੈ ਕਿ ਜਿਹੜੀ ਜਲੰਧਰ ਦੀ ਲੋਕ ਸਭਾ ਸੀਟ ਹੈ, ਜੇ ਆਪਾਂ ਇਹਦਾ ਪਿਛਲਾ ਇਤਿਹਾਸ ਦੇਖੀਏ 1952 ਤੋਂ ਲੈ ਕੇ ਹੁਣ ਤੱਕ ਦਾ, ਇਹ ਟ੍ਰੈਡੀਸ਼ਨਲੀ ਕਾਂਗਰਸ ਸੀਟ ਰਹੀ ਹੈ। ਤੇ ਇੰਦਰ ਕੁਮਾਰ ਗੁਜਰਾਲ ਵੀ ਕਿਸੇ ਵੇਲੇ ਇੱਥੋਂ ਹੀ ਜਿੱਤੇ ਸੀਗੇ, ਉਹ ਡਿਫਰੈਂਟ ਸਿਚੁਏਸ਼ਨ ਸੀਗੀ 1989 ਦੀ। ਹਾਂਜੀ, ਤੇ ਗੱਲ ਇੱਕ ਦੇਖੀ ਦਾ ਹੁੰਦਾ ਕਿ ਮੈਜੋਰਟੀ ਟ੍ਰੈਂਡ ਕੀ ਰਿਹਾ ਸੀਟ ਦਾ। ਮੈਜੋਰਟੀ ਟ੍ਰੈਂਡ ਇਸ ਸੀਟ ਦਾ ਕਾਂਗਰਸ ਰਿਹਾ ਹੈ। ਬੀਜੇਪੀ ਦਾ ਫੋਕਸ ਰਿਹਾ ਹੁਸ਼ਿਆਰਪੁਰ, ਲੇਕਿਨ ਉੱਥੇ ਵੀ ਬੀਜੇਪੀ ਜਿਹੜੀ ਜਦੋਂ ਸੀਟ ਕੱਢਦੀ ਸੀ ਉਹਨਾਂ ਸੈਗਮੈਂਟਸ ਤੋਂ ਜਿੱਤਦੀ ਸੀ ਜਿਹੜੇ ਸਿੱਖ ਡੋਮੀਨੇਟਡ ਸੀ, ਕਿਉਂਕਿ ਬੀਜੇਪੀ ਦਾ ਅਕਾਲੀ ਦਲ ਨਾਲ ਅਲਾਇੰਸ ਹੁੰਦਾ ਸੀ। ਇਹ ਬੜਾ ਅਜੀਬ ਜਿਹਾ ਪੈਟਰਨ ਹੈ। ਗੁਰਦਾਸਪੁਰ ਜੇ ਬੀਜੇਪੀ ਜਿੱਤਦੀ ਹੈ ਜਦੋਂ ਅਕਾਲੀ ਦਲ ਦੇ ਨਾਲ ਤੇ ਅਲਾਇੰਸ ਦੇ ਵਿੱਚ, ਜੇ ਉਹ ਸਟੱਡੀ ਕਰੀਏ, ਉਹ ਵੀ ਉਹਨਾਂ ਸੀਟਾਂ ਤੋਂ ਮੈਜੋਰਟੀ ਲੈਂਦੀ ਹੈ ਜਿਹੜੀਆਂ ਸਿੱਖ ਡੋਮੀਨੇਟਡ ਹੈਗੀ। ਸੋ ਜਲੰਧਰ ਦੇ ਵਿੱਚ ਵੀ ਹੁਣ ਜੇ ਆਪਾਂ ਦੇਖੀਏ ਵੀ ਕਿਹੜੀਆਂ ਸੀਟਸ ਹਿੰਦੂ ਡੋਮੀਨੇਟਡ ਹੈ, ਕਿਹੜੀਆਂ ਸਿੱਖ ਡੋਮੀਨੇਟਡ ਹੈ, ਤੇ ਇੱਕ ਪੈਟਰਨ ਜਿਹਾ ਤੁਹਾਨੂੰ ਇਮਰਜ ਹੁੰਦਾ ਨਜ਼ਰ ਆ ਜਾਏਗਾ। ਪਰ ਕਿਉਂਕਿ ਹੁਣ ਉਹ ਅਲਾਇੰਸ ਤਾਂ ਖਤਮ ਹੋ ਚੁੱਕੀ ਹੈ ਤੇ ਅਕਾਲੀ ਦਲ ਜਿਸ ਸਿਚੁਏਸ਼ਨ 'ਚ ਇਸ ਵੇਲੇ ਹੈ ਤੇ ਜਿਵੇਂ ਟੁੱਟ ਭੱਜ ਪਾਰਟੀ ਦੀ ਚੱਲ ਰਹੀ ਹੈ, ਤੇ ਜਿਹਨੂੰ ਮੈਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਟੁੱਟ ਭੱਜ ਰੂਲ ਆਊਟ ਨਹੀਂ ਕਰਦਾ, ਕਿਉਂਕਿ ਹੋ ਸਕਦਾ ਹੈ ਕਿ ਇਸ ਚਾਰ ਸੀਟ ਦਾ ਅਸਰ ਅੱਗੇ ਪਵੇ ਜਾ ਕੇ। ਸੋ ਉਹ ਸਾਰਾ ਦੇਖਣਾ ਪੈਣਾ। ਇਹ ਠੀਕ ਹੈ ਕਿ ਬੀਐਸਪੀ ਦਾ ਇੱਥੇ ਚੰਗਾ ਹੋਲਡ ਇਸ ਸੀਟ ਤੇ ਹੈ, ਔਰ ਬੀਐਸਪੀ ਨੇ ਕਿਸੇ ਵੇਲੇ ਫਲੌਰ ਦੀ ਸੀਟ ਜਿੱਤੀ ਹੈ। ਸੋ ਉਹ ਬੈਕਗਰਾਉਂਡ ਸਾਰੀ ਹੈਗੀ ਹੈ, ਲੇਕਿਨ ਸੀਟ ਜਿੱਤਣ ਦੀ ਜਿਹੜੀ ਕੈਪੈਸਿਟੀ ਹੈ ਉਹ ਇਸ ਵੇਲੇ ਨਾ ਤਾਂ ਬੀਜੇਪੀ ਦੀ ਆਪਣੇ ਆਪ ਦੇ ਵਿੱਚ ਲੱਗਦੀ ਹੈ, ਕਿਉਂ ਬੀਜੇਪੀ ਜੇ ਇਕੱਲੀ ਖੜੀ ਹੁੰਦੀ ਹੈ ਤੇ ਨਹੀਂ ਲੱਗਦਾ ਕਿ ਇਹਨੂੰ ਵੋਟਾਂ ਪੈ ਜਾਣਗੀਆਂ। ਆਪ ਦੀ ਜਿਹੜਾ ਬੈਗੇਜ ਹੈ ਉਹ ਇਸ ਵੇਲੇ ਵੱਧ ਗਿਆ। ਸਰਕਾਰ ਦੇ ਜਿਹੜਾ ਇਮੇਜ ਬਣਿਆ ਸੀਗਾ ਕਿ ਬਦਲਾਵ ਦੀ ਸਰਕਾਰ ਹੈ, ਪਤਾ ਨਹੀਂ ਕੀ ਕਰ ਦੇਣਗੇ, ਉਹ ਇਮੇਜ ਹੌਲੀ ਹੌਲੀ ਟੁੱਟਦਾ ਨਜ਼ਰ ਆ ਰਿਹਾ ਹੈ। ਸੋ ਇਹਦਾ ਅਸਰ ਮਲਟੀਪਲ ਲੈਵਲ ਤੇ ਇਹਦਾ ਪੈਣਾ ਹੈ। ਕਾਂਗਰਸ ਤੇ ਡਿਪੈਂਡ ਕਰੇਗਾ ਕਿ ਆਪਣਾ ਕੈਂਡੀਡੇਟ ਕਿਹੜਾ ਖੜਾ ਕਰਦੀ ਹੈ। ਉਹਨਾਂ ਦੀ ਮੇਨ ਸਮੱਸਿਆ ਇਹ ਹੁੰਦੀ ਹੈ। ਇਹ ਠੀਕ ਹੈ ਕਿ ਇਸ ਸੀਟ ਤੇ ਉਹਨਾਂ ਦਾ ਕੋਈ ਫੈਕਸ਼ਨਲਿਜ਼ਮ ਨਹੀਂ ਹੈ, ਉਹ ਉਹਨਾਂ ਦਾ ਐਡਿਡ ਐਡਵਾਂਟੇਜ ਹੈ। ਨਹੀਂ ਤਾਂ ਨਾਰਮਲ ਇਹ ਹੁੰਦਾ ਹੈ ਕਿ ਕਾਂਗਰਸ ਦੀ ਜਿਹੜੀ ਗਰੁੱਪਬਾਜ਼ੀ ਹੈ ਉਹ ਪਾਰਟੀ ਨੂੰ ਡੈਮੇਜ ਕਰਦੀ ਹੁੰਦੀ ਹੈ। ਇਸ ਸੀਟ ਤੇ ਹੁਣ ਤੱਕ ਉਹ ਸਮੱਸਿਆ ਨਹੀਂ ਹੈ। ਇੱਕ ਸਵਾਲ ਇਹਦੇ ਵਿੱਚ ਹੋਰ ਜਿਹੜਾ ਮੈਂ ਤੁਹਾਡੇ ਤੋਂ ਲੈਣਾ ਚਾਹੂੰਗਾ, ਲੇਕਿਨ ਜੇਕਰ ਅਕਾਲੀ ਦਲ ਇਹ ਇਲੈਕਸ਼ਨ ਆਪ ਨਾ ਲੜ ਕੇ ਬਸਪਾ ਨੂੰ ਲੜਾਉਂਦਾ ਹੈ ਤਾਂ ਬਸਪਾ ਦੇ ਉਮੀਦਵਾਰ ਦੀਆਂ ਵੋਟਾਂ ਕਾਫੀ ਨਿਕਲ ਸਕਦੀਆਂ, ਇਹ ਮੰਨਿਆ ਜਾਂਦਾ ਜੋ ਹੁਣ ਤੱਕ ਦੇ ਸਮੀਕਰਨ। ਪਰ ਕਿਉਂਕਿ ਇੱਥੇ ਬਸਪਾ ਨੇ ਇਕੱਲਿਆਂ ਇਲੈਕਸ਼ਨ ਨਹੀਂ ਲੜਨੀ, ਇੱਥੇ ਰਿਜ਼ਰਵ ਸੀਟਾਂ ਸਾਰੇ ਹੀ ਉਸੇ ਤਰ੍ਹਾਂ ਦੇ ਹੀ ਲੋਕ ਆਉਣਗੇ ਜਿਹੜੇ ਬਸਪਾ ਦੇ ਪੈਟਰਨ ਵਾਲੇ ਹੋਣਗੇ ਪਾਰਟੀਆਂ ਦੇ ਵਿੱਚ। ਸੋ ਇੱਥੇ ਬਸਪਾ ਨੂੰ ਉਸ ਪੱਧਰ ਤੇ ਵੋਟ ਟਰਾਂਸਫਰ ਹੋ ਜੇ, ਇਹਨੂੰ ਭਾਵੇਂ ਸ਼ੱਕ ਨਾਲ ਦੇਖਿਆ ਜਾ ਸਕਦਾ। ਪਰ ਜੇ ਅਕਾਲੀ ਦਲ ਇਹ ਸੀਟ ਬਸਪਾ ਨੂੰ ਦੇ ਜਾਂਦਾ ਸੰਗਰੂਰ ਤੋਂ ਰਾਜੋਆਣਾ ਦੀ ਭੈਣ ਨੂੰ ਦੇਣ ਤੋਂ ਬਾਅਦ, ਤਾਂ ਮੰਨਿਆ ਜਾਊਗਾ ਕਿ ਉਹ ਪਿਛਾਂਹ ਹਟ ਰਿਹਾ, ਉਹ ਲੜਨ ਤੋਂ ਝਿਜਕ ਰਿਹਾ। ਇਹ ਵੀ ਸਵਾਲ ਖੜਾ ਹੋਊਗਾ, ਕੀ ਕਹਿੰਦੇ? ਗੱਲ ਇਹ ਹੈ ਕਿ ਕੀ ਜਿਹੜੀ ਅਕਾਲੀ ਵੋਟ ਹੈ ਉਹ ਬੀਐਸਪੀ ਨੂੰ ਟ੍ਰਾਂਸਫਰ ਕਿੰਨੀ ਹੋ ਜਾਏਗੀ, ਇਹ ਵੀ ਇਹ ਸਾਰੀ ਗੱਲ ਦੇ ਵਿੱਚ। ਸੰਗਰੂਰ ਤਾਂ ਅਕਾਲੀ ਦਲ ਨੂੰ ਆਪਣੀ ਵੋਟ ਹੀ ਨਹੀਂ ਪਈ। ਮੈਂ ਹੁਣ ਥੋੜਾ ਜਿਹਾ ਕੰਪੈਰੀਜ਼ਨ ਕਰ ਦਿੰਦਾ ਹੈ। ਸੰਗਰੂਰ ਲੋਕ ਸਭਾ ਦਾ ਉਹ ਹਲਕਾ ਪੰਜਾਬ ਦਾ ਰਿਹਾ ਹੈ, ਜਿਵੇਂ ਮੈਂ ਕਿਹਾ ਵੀ ਜਲੰਧਰ ਟ੍ਰੈਡੀਸ਼ਨਲੀ ਕਾਂਗਰਸ ਹੈ, ਸੰਗਰੂਰ ਕਿਸੇ ਵੇਲੇ ਟ੍ਰੈਡੀਸ਼ਨਲੀ ਅਕਾਲੀ ਸੀਟ ਹੁੰਦੀ ਸੀ।
ਇੱਥੇ ਕਿਸੇ ਵੇਲੇ 9 ਦੀਆਂ 9 ਅਸੈਂਬਲੀ ਸੈਗਮੈਂਟਸ ਦੇ ਵਿੱਚ ਅਕਾਲੀ ਜਿੱਤੇ ਹੁੰਦੇ ਸੀਗੇ। ਉਹ ਜਦੋਂ ਸੁਰਜੀਤ ਸਿੰਘ ਬਰਨਾਲਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਗੁਰਪ੍ਰੀਤ ਚੱਲੀ, ਉਹ ਪਾਰਟੀ ਉੱਥੇ ਡੈਮੇਜ ਹੋ ਗਈ। ਹੁਣ ਜਲੰਧਰ ਦੇ ਵਿੱਚ ਕਾਂਗਰਸ ਆਪਣੇ ਅਕਾਲੀ ਦਲ ਦਾ ਉਹ ਹੋਲਡ ਨਹੀਂ ਹੈ ਜਿਹੜਾ ਸੰਗਰੂਰ ਦੇ ਵਿੱਚ ਕਿਸੇ ਵੇਲੇ ਹੋਇਆ ਕਰਦਾ ਸੀਗਾ। ਸੋ ਇਹ ਜਿਹੜਾ ਬੇਸ ਹੈ ਬੇਸਿਕ, ਉਹਦੇ ਵਿੱਚ ਹੀ ਫਰਕ ਹੈ। ਜੇ ਇਹਨਾਂ ਦਾ ਆਪਣਾ ਬੇਸ ਉੱਥੇ ਸਟਰੋਂਗ ਨਹੀਂ ਹੈ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜਾ BSP ਨੂੰ ਜੇ ਟਿਕਟ ਦੇ ਦਿੱਤੀ ਜਾਵੇ ਤੇ ਹੋ ਸਕਦਾ ਹੈ ਕਿ ਉਹਨਾਂ ਦਾ ਫਾਇਦਾ ਜ਼ਿਆਦਾ ਹੋ ਜਾਵੇ, ਲੇਕਿਨ ਪੋਲੀਟੀਕਲ ਲੈਵਲ ਤੇ ਇਹਦੇ ਨਾਲ ਜਿਹੜਾ ਅਕਾਲੀ ਦਲ ਦਾ ਇਮੇਜ ਹੈ ਉਹ ਵੀ ਨਾਲ ਡੈਡ ਹੁੰਦਾ ਹੈ, ਭਾਵੇਂ ਇਹ ਮੰਨਣ ਜਾਂ ਨਾ ਮੰਨਣ। ਜੀ ਸਰਦਾਰ ਹਰਮੀਤ ਸਿੰਘ ਜੀ, ਕਿਉਂਕਿ ਆਪਾਂ ਹੁਣ ਲਾਸਟ ਵਿੱਚ ਹੀ ਖੜੇ ਆ, ਅਗਲੇ ਦਿਨਾਂ ਦੇ ਵਿੱਚ ਇਹ ਬਹਿਸ ਹੋਰ ਖੁੱਲ ਜਾਣੀ ਹੈ ਕਿ ਕੌਣ ਕਿਸ ਤਰ੍ਹਾਂ ਦਾ ਪੈਂਤੜਾ ਅਖਤਿਆਰ ਕਰਦਾ, ਕਿਹਦਾ ਕੈਂਡੀਡੇਟ ਕਿਹੋ ਜਿਹਾ ਹੋਊਗਾ, ਉਹ ਕਿਸੇ ਡੇਰੇ ਤੋਂ ਪ੍ਰਭਾਵਿਤ ਹੈ ਜਾਂ ਡੇਰੇ ਨਾਲ ਉਹਦਾ ਕੋਈ ਸੰਬੰਧ ਹੈ, ਕੋਈ ਡੇਰਾ ਕਿੱਧਰ ਜਾਂਦਾ, ਕਿਉਂਕਿ ਉੱਥੇ ਵੀ 2-3 ਡੇਰੇ ਆ, ਰਾਧਾ ਸਵਾਮੀ ਡੇਰੇ ਦਾ ਵੀ ਅਸਰ ਹੈਗਾ, ਬੱਲਾਂ ਵਾਲੇ ਡੇਰੇ ਦਾ ਵੀ, ਹੋਰ ਵੀ। ਔਰ ਇਹ ਇੱਕ ਅਜੀਬ ਦਵੰਦ ਵੀ ਹੈਗਾ ਕਿ ਇਹਨਾਂ ਦੀ ਆਪਸ ਵਿੱਚ ਵੀ ਆਪਾ ਵਿਰੋਧ ਵੀ ਸਾਰਿਆਂ ਦੇ ਹੈਗੇ। ਆਸ਼ੂਤੋਸ਼ ਵਾਲਾ ਜਿਹੜਾ ਡੇਰਾ ਹੈ ਉਹ ਵੀ ਉੱਥੇ ਹੀ ਪੈਂਦਾ। ਇਹ ਸਾਰੀਆਂ ਗੱਲਾਂ ਤਾਂ ਆਪਣੀ ਜਗ੍ਹਾ, ਜੇ ਇਹਨੂੰ ਪਾਸੇ ਰੱਖ ਕੇ ਪਲ ਦੀ ਪਲ ਅਸੀਂ ਸੱਤਾਧਾਰੀਆਂ ਦੀ ਗੱਲ ਕਰ ਲਈਏ, ਕੇਜਰੀਵਾਲ ਸਾਹਿਬ ਦੀ, ਭਗਵੰਤ ਮਾਨ ਦੀ, ਅੱਜ ਉਹ ਸੰਕਟ 'ਚ ਨੇ। ਦਿੱਲੀ ਦੇ ਵਿੱਚ ਉਹਨਾਂ ਨੇ ਸਾਰੇ MLA ਥੋੜੀ ਦੇਰ ਪਹਿਲਾਂ ਸੱਦੇ ਸੀ। ਹੁਣ ਇਸ ਵੇਲੇ ਉਹਨਾਂ ਦੀ ਮੀਟਿੰਗ, ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ, ਤੇ ਮੀਟਿੰਗ ਕੌਂਸਲਰਸ ਦੀ ਲੈ ਰਹੇ ਨੇ ਕੇਜਰੀਵਾਲ, ਕੀ ਵੱਡੀ ਕੋਈ ਐਲਾਨ ਕਰਨਗੇ, ਕੋਈ ਪ੍ਰਦਰਸ਼ਨ ਜਾਂ ਕੋਈ ਅਗਲੇ ਦਿਨਾਂ ਦੇ ਵਿੱਚ ਇਸ ਗ੍ਰਿਫਤਾਰੀ ਜਾਂ ਇਸ ਤਰ੍ਹਾਂ ਉਹ ਇਹਨਾਂ ਵਰਤਾਰਿਆਂ ਦੇ ਖਿਲਾਫ ਕਿੰਨਾ ਲੜਦੇ ਆ, ਦੇਖਣਾ ਹੋਊਗਾ। ਅੱਜ ਕੱਲ੍ਹ ਲੜਨ ਦਾ ਮਾਦਾ ਛੱਡ ਗਏ ਨੇ। ਪਰ ਇੱਥੇ ਮੈਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਉਲਝੇਪਣ ਦੇ ਵਿੱਚ ਉਹ ਇਸ ਸੀਟ ਤੇ ਕਿਵੇਂ ਧਿਆਨ ਦੇਣਗੇ, ਜਦੋਂ ਕਿ ਲਤੀਫਪੁਰਾ ਹੈਂਡਲ ਨਹੀਂ ਹੋਇਆ, ਉੱਥੇ ਬੰਦੇ ਵੀ ਅੰਦਰ ਚਲੇ ਗਏ, ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟਣ ਤੋਂ ਲੈ ਕੇ ਹੋਰ ਵੀ ਬੜੇ ਮਾਮਲੇ ਆ। ਇਸੇ ਤਰੀਕੇ ਨਾਲ ਬਜਟ ਆਉਣ ਵਾਲਾ ਹੈ, ਬਜਟ ਦੇ ਵਿੱਚ ਉਹ ਇਸ ਇਲੈਕਸ਼ਨ ਦੇ ਨਜ਼ਰੀਓਂ ਵੀ ਕੋਈ ਅਨਾਉਂਸਮੈਂਟਸ ਕਰ ਸਕਦੇ ਆ। ਅੱਗੇ ਵੀ ਅਸੀਂ ਪੋਪੂਲਰਿਜ਼ਮ ਦੇ ਵਿੱਚ ਬਹੁਤ ਨੁਕਸਾਨ ਉਠਾਏ ਆ। ਇਹ 2-3 ਚੀਜ਼ਾਂ ਐਡਰੈਸ ਕਰੋ ਕਿ ਸੱਤਾਧਾਰੀ ਧਿਰ ਜਦੋਂ ਹਰਦੀ ਆ ਤੇ ਉਹਨੂੰ ਬਹੁਤ ਝਟਕੇ ਲੱਗਦੇ ਆ। ਸੱਤਾਧਾਰੀ ਧਿਰ ਹਰਨ ਦਾ ਮਤਲਬ ਹੁੰਦਾ ਮਨੋਬਲ ਟੁੱਟਣਾ, ਤੇ ਇਹ ਬਹੁਤ ਅਹਿਮ ਹੋਊਗਾ ਕਿ ਇਹ ਕਿਵੇਂ ਲੜਦੇ ਆ ਇੱਥੋਂ, ਤੇ ਹੁਣ ਇਹਨਾਂ ਦੀ ਰਣਨੀਤੀ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਕਿਹੋ ਜਿਹੀ ਰਹਿੰਦੀ ਆ, ਇਹਦੇ ਬਾਰੇ ਦੱਸੋ। ਅਸਲ ਦੇ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਸੱਤਾਧਾਰੀ ਧਿਰ ਦੇ ਵਿੱਚ ਜਿਹੜੀ ਪੋਲੀਟੀਕਲ ਟੀਮ ਹੁੰਦੀ ਹੈ, ਮਤਲਬ ਆਮ ਆਦਮੀ ਪਾਰਟੀ ਕਿੱਥੇ ਹੈ ਪੰਜਾਬ ਦੇ ਵਿੱਚ, ਪਾਰਟੀ ਦਾ ਪ੍ਰਧਾਨ ਕੌਣ ਹੈ? ਉਹੀ ਭਗਵੰਤ ਸਿੰਘ ਮਾਨ ਹੀ ਪ੍ਰਧਾਨ ਨੇ। ਹਜੇ ਤਾਂ ਮੈਨੂੰ ਤਾਂ ਇਹੀ ਪਤਾ ਲੱਗਿਆ, ਮੈਨੂੰ ਤਾਂ ਮਤਲਬ ਕੋਈ ਨਵਾਂ ਨਹੀਂ ਲੱਗਿਆ। ਉਸ ਤੋਂ ਬਾਅਦ ਕੋਈ ਸਟਰਕਚਰ 'ਚ ਚੇਂਜ ਕੀਤੀ ਹੋਵੇ ਪਾਰਟੀ ਦਾ ਸਟਰਕਚਰ, ਪਾਰਟੀ ਦੀ ਆਪਣੀਆਂ ਮੀਟਿੰਗਾਂ ਇੰਡੀਪੈਂਡੈਂਟ ਹੁੰਦੀਆਂ ਹੋਣ, ਕਿਉਂਕਿ ਜਥੇਬੰਦਕ ਢਾਂਚਾ ਵੀ ਤਾਂ ਲੜਾਈ ਲੜਦਾ ਹੈ ਨਾ ਉਹਦੇ 'ਚ। ਪਾਰਟੀਆਂ ਹੁਣ ਮਸ਼ੀਨਰੀ ਬਣ ਗਈਆਂ ਨੇ ਉਸ ਲੈਵਲ ਦੀ ਕਿ ਜੇ ਉਹ ਮਸ਼ੀਨੀ ਸੈਟਅਪ ਜਿਹਨੂੰ BJP ਪੰਨਾ ਪ੍ਰਮੁੱਖ ਤੱਕ ਲਿਜਾਂਦੀ ਹੈ, ਬਾਕੀ ਪੋਲਿੰਗ ਬੂਥ ਤੱਕ ਲਿਜਾਂਦੇ ਨੇ, ਬਾਕੀ ਕੋਈ ਕਿਤੇ ਇਹ ਚੀਜ਼ਾਂ ਤੁਹਾਨੂੰ ਮਤਲਬ ਜ਼ਰੂਰੀ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ। ਹਵਾ ਇੱਕ ਅਲੱਗ ਗੱਲ ਹੈ, ਹਵਾ ਹਰ ਵਾਰ ਨਹੀਂ ਚੱਲਦੀ ਹੁੰਦੀ, ਮਤਲਬ ਕਈ ਵਾਰ ਗੁੰਮ ਹੋ ਜਾਂਦਾ। ਉਸ ਗੁੰਮ ਦੇ ਵਿੱਚ ਵੀ ਤੁਹਾਨੂੰ ਜਿਹੜਾ ਕੰਮ ਦਿੰਦਾ ਉਹ ਤੁਹਾਡੀ ਸੰਗਠਨ ਦੀ ਤਾਕਤ ਦਿੰਦੀ ਹੈ। ਇੱਕ ਤਾਂ ਉਹ ਜਿਹੜਾ ਇੱਕ ਬੜਾ ਕੁਐਸਚਨ ਹੈਗਾ ਹੀ ਹੈ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਕਿਸੇ ਵੀ ਲੀਡਰ ਦਾ ਭਗਵੰਤ ਮਾਨ ਨੂੰ ਛੱਡ ਕੇ ਅਜੇ ਐਡਾ ਵੱਡਾ ਕੱਦ ਨਹੀਂ ਹੈ ਕਿ ਉਹ ਆਪਣੇ ਤੋਂ ਬਾਹਰ ਜਾ ਕੇ ਕਿਸੇ ਕੰਸਟੀਚੁਐਂਸੀ ਤੇ ਅਸਰ ਪਾ ਦੇ ਵੋਟਾਂ ਦੇ ਵਿੱਚ, ਜਾਂ ਕਿਸੇ ਜਾ ਕੇ ਉਹਦੀ ਗੱਲ ਸੁਣੀ ਜਾਵੇ, ਜਾਂ ਕਿਤੇ ਨਾ ਕਿਤੇ ਕੋਈ ਗੱਲ ਉਸ ਲੈਵਲ ਦੀ ਹੋ ਜੇ ਕਿਸੇ ਨਾ ਕਿਸੇ ਲੈਵਲ ਤੇ। ਤੀਜੀ ਗੱਲ, ਕੈਂਡੀਡੇਟ ਕੌਣ ਹੈ? ਅਜੇ ਕੋਈ ਦਲਿਤ ਚਿਹਰਾ ਉਹਨਾਂ ਹਲਕਿਆਂ ਤੋਂ ਉੱਥੋਂ ਐਡਾ ਵੱਡਾ ਆਮ ਆਦਮੀ ਪਾਰਟੀ ਨਹੀਂ ਉਭਾਰ ਪਾਈ। ਔਰ ਇਹ ਪਤਾ ਲੱਗਿਆ ਜਿੰਨੀਆਂ ਕਨਸੋਹਾਂ ਨੇ ਕਿ ਉਹਨਾਂ ਨੇ ਪਵਨ ਕੁਮਾਰ ਟੀਨੂ ਤੱਕ, ਮਹਿੰਦਰ ਸਿੰਘ KP ਤੱਕ, ਕੰਜਾਂ ਤੱਕ ਟਰਾਈ ਕੀਤੀ ਹੈ ਕਿ ਕੋਈ ਸਾਡਾ ਕੈਂਡੀਡੇਟ ਇਹਨਾਂ ਚੋਂ ਹੀ ਆ ਜੇ, ਜਿਨ੍ਹਾਂ ਨੂੰ ਲੋਕ ਜਾਣਦੇ ਨੇ, ਜਿਨ੍ਹਾਂ ਨੂੰ ਘੱਟੋ ਘੱਟ ਕੈਂਡੀਡੇਟ ਨੂੰ ਤਾਂ ਜਾਣਦੇ ਨੇ ਤੇ ਆਪਣੀ ਇਲੈਕਸ਼ਨ ਲੜਨ ਜੋਗਾ ਵੀ ਹੋਵੇ, ਪੈਸੇ ਟਕਾ ਵੀ ਉਹਨਾਂ ਕੋਲ ਹੋਵੇ, ਨਾਲ ਸਰਕਾਰ ਮਦਦ ਕਰ ਦੂਗੀ, ਤੇ ਉਹ ਇੱਕ ਅਲੱਗ ਗੱਲ ਹੈ। ਉਧਰ ਕਹਿੰਦੇ ਨੇ ਗੱਲ ਨਹੀਂ ਬਣੀ ਫਿਲਹਾਲ ਜਿਹੜੀ ਇਸ ਪੱਧਰ ਦੀ ਗੱਲ ਚਰਚਾ ਚੱਲ ਰਹੀ ਹੈ। ਤੇ ਜਿਹੜਾ ਸਵਾਲ ਹੋਣਾ ਹੈ, ਬਜਟ ਸੈਸ਼ਨ ਆਉਣਾ ਹੈ ਕੱਲ ਹੀ, ਅਜੇ ਇੱਕ ਪਰ ਜਿਹੜਾ ਮੀਟਿੰਗ ਹੋ ਕੇ ਹਟੀ ਆ ਕੈਬਨਿਟ ਦੀ, ਉਹਦੇ ਚ ਇੱਕ ਪਾਸ ਕੀਤਾ ਗਿਆ ਜਿਵੇਂ ਅੱਗੇ ਸੰਗਤ ਦਰਸ਼ਨ ਹੁੰਦਾ ਸੀ, ਸਰਕਾਰ ਆਪਕੇ ਦੁਆਰ ਹਰਿਆਣੇ ਨੇ ਕੀਤਾ ਸੀ, ਇਹ ਕਹਿੰਦੇ ਸਰਕਾਰ ਤੁਹਾਡੇ ਦੁਆਰ ਅਸੀਂ ਜਾਵਾਂਗੇ। ਹੁਣ ਉਹ ਸਰਕਾਰ ਦਾ ਲੋਕਾਂ ਦੇ ਦੁਆਰ ਤੇ ਜਾਣਾ ਕੀ ਸੰਗਤ ਦਰਸ਼ਨ ਰੂਪੀ ਵਰਤਾਰਾ ਫਿਰ ਜਲੰਧਰ ਚ ਤਾਂ ਨਹੀਂ ਚੱਲੂਗਾ ਕਿਤੇ, ਕਿ ਜਿੰਨਾ ਚਿਰ ਚੋਣ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਇਹ ਚੀਜ਼ਾਂ ਚਲਾਈਏ ਉਸ ਮਾਮਲੇ ਦੇ ਵਿੱਚ। ਅਜੇ ਪਤਾ ਨਹੀਂ ਉਵੇਂ ਚੱਲੂਗਾ ਜਾਂ ਨਹੀਂ, ਪਰ ਇਹ ਸਲੋਗਨ ਉਹਦੇ ਨਾਲ ਮੈਚ ਕਰਦਾ ਨਜ਼ਰ ਆਉਂਦਾ। ਫਿਰ ਬਜਟ ਦੇ ਵਿੱਚ 10 ਤਰੀਕ ਨੂੰ ਬਜਟ ਹੋ ਜਾਣਾ, ਤੇ ਬਜਟ ਦੇ ਵਿੱਚ ਤੁਸੀਂ ਜਲੰਧਰ ਨੂੰ ਧਿਆਨ ਚ ਰੱਖ ਕੇ
ਕੀ ਕੁਝ ਕਰਦੇ ਹੋ, ਉਹ ਵੀ ਇੱਕ ਗੱਲ ਤੁਹਾਡੇ ਹੈ। ਔਰ ਅਜੇ ਤਾਂ ਮੈਨੂੰ ਇਹ ਵੀ ਨਹੀਂ ਲੱਗਦਾ, ਜਿੰਨੀ ਗੁਜਰਾਤ ਦੇ ਵਿੱਚ 3 ਮਹੀਨੇ ਪਹਿਲਾਂ ਹੀ ਪੰਜਾਬ ਦੀ ਟੋਟਲ ਲੀਡਰਸ਼ਿਪ ਚੱਕ ਕੇ ਗੁਜਰਾਤ ਢੋਣਾ ਸ਼ੁਰੂ ਕਰ ਗਏ ਸੀ ਸਮੇਤ ਚੀਫ ਮਿਨਿਸਟਰ, ਇੱਥੇ ਤਾਂ ਜਲੰਧਰ ਗੇੜਾ ਵੀ ਨਹੀਂ ਮਾਰ ਰਹੇ। ਲਤੀਫਪੁਰੇ ਦਾ ਜਿਹੜਾ ਘਟਨਾਕ੍ਰਮ ਜੇ ਉੱਥੇ ਖੜਾ ਹੈ, ਔਰ ਉਹ ਬਹੁਤ ਜ਼ਿਆਦਾ ਇਮੋਸ਼ਨਲ ਇਸ਼ੂ ਹੈ ਕਿ ਸਾਰੇ ਲੋਕਾਂ ਨੇ ਸਰਦੀ ਤੇ ਹੁਣ ਗਰਮੀ ਵੀ ਚੱਲ ਪਈ, ਬੱਚਿਆਂ ਨੇ ਬਾਹਰ ਕੱਢੀ ਆ ਤੰਬੂਆ ਹੇਠ, ਸਰਕਾਰ ਨੇ ਕੋਈ ਉਹਦਾ ਬੰਦੋਬਸਤ ਅਲਟਰਨੇਟਿਵ ਨਹੀਂ ਕੀਤਾ। ਔਰ ਇਹ ਲੋਕਲ ਕਾਫੀ, ਹਾਲਾਂਕਿ ਉਹ ਪ੍ਰਗਟ ਸਿੰਘ ਦਾ ਹਲਕਾ ਹੈ ਅਸੈਂਬਲੀ ਦੇ ਤੌਰ ਤੇ, ਕਾਂਗਰਸ ਜਿੱਤੀ ਸੀ, ਕਾਂਗਰਸ ਨੇ ਵੀ ਉੱਥੇ ਕੁਝ ਨਹੀਂ ਕੀਤਾ ਜਾ ਕੇ, ਵੀ ਜੇ ਇਹ ਕਿਹਾ ਜਾਏ ਐਜ ਏ ਆਪੋਜੀਸ਼ਨ ਕਿਸੇ ਪੋਲੀਟੀਕਲ ਪਾਰਟੀ ਨੇ ਉਹ ਲੜਾਈ ਨੂੰ ਖੜਾ ਨਹੀਂ ਕੀਤਾ, ਉਹ ਜਨਤਕ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ। ਪੋਲਿਟਿਕਸ ਤਾਂ ਸਾਡੀ ਸਾਰੀ ਜਿਵੇਂ ਰਲੇ ਮਿਲੀ ਇਸ ਤਰੀਕੇ ਨਾਲ ਹੋਗੀ, ਹੁਣ ਉਹ ਕਿਹਨੂੰ ਵੋਟ ਪਏਗੀ ਕਿਹਨੂੰ ਨਹੀਂ, ਉਹ ਇੱਕ ਅਲੱਗ ਪਹਿਲੂ ਹੈ ਸ਼ਹਿਰ ਦੇ ਉਹ ਸਾਰੇ ਮਾਮਲੇ ਦੇ ਵਿੱਚ। ਪਰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਦਾ ਇਹ ਦੂਜਾ ਬੜਾ ਟੈਸਟ ਹੈ ਪ੍ਰੀਖਿਆ ਦੇ ਤੌਰ ਤੇ, ਚੋਣ ਦੇ ਤੌਰ ਤੇ। ਜਿਹੜੀ ਇਲੈਕਟੋਰਲ ਪੋਲਿਟਿਕਸ ਹੁੰਦੀ ਹੈ ਉਹਦੇ ਚ ਨਾਰਮਲੀ ਇਹੀ ਦੇਖਿਆ ਜਾਂਦਾ ਕਿ ਅਗਲੀ ਇਲੈਕਸ਼ਨ ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ, ਜਿਹੜੀ ਉਸ ਪੱਧਰ ਦੇ ਉੱਤੇ ਹੈ। ਹੁਣ ਇਹ ਵੀ ਆਮ ਆਦਮੀ ਪਾਰਟੀ ਲਈ ਇੱਕ ਬੜਾ ਵੱਡਾ ਫੰਡ ਹੈ ਕਿ ਤੁਸੀਂ ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ 7, ਉਹਨਾਂ ਚੋਂ ਕਿੰਨੇ ਨੇ ਜਿਹੜੇ ਤੁਹਾਡੇ ਲਈ ਇੱਥੇ ਆ ਕੇ ਵੋਟ ਉਸ ਪੱਧਰ ਤੇ ਕਰਨਗੇ। ਮੇਰਾ ਖਿਆਲ ਹੈ ਹਰਭਜਨ ਮਾੜਾ ਮੋਟਾ ਮਦਦ ਕਰਦੇ ਕਿੰਨੇ ਉਹਦੇ ਕਹੇ ਤੇ ਪਾਉਂਦੇ ਨੇ। ਪਰ ਇੱਕ ਹੋਰ ਨਾਲ ਵਰਤਾਰਾ ਵੀ ਹੈ, ਅਕਾਲੀ ਦਲ ਚੋਂ ਟੁੱਟਿਆ ਗਰੁੱਪ, ਜਿਵੇਂ ਬੀਬੀ ਜਗੀਰ ਕੌਰ ਦਾ ਵੀ ਦੁਆਬੇ ਚ ਕੱਲਾ ਆਪਣੇ ਹਲਕੇ ਚ ਨਹੀਂ, ਦੁਆਬੇ ਦੇ ਕੁਝ ਥਾਵਾਂ ਤੇ ਵੀ ਅਸਰ ਥੋੜਾ ਸਾਰਿਆਂ ਦਾ ਸਾਰੇ ਕਿਤੇ ਹੁੰਦਾ, ਉਹਦੇ ਨਾਲ ਕੁਝ ਹੋਰ ਐਸਜੀਪੀਸੀ ਮੈਂਬਰਾਂ ਨੇ ਵੀ ਵੋਟਾਂ ਪਾਈਆਂ ਨੇ, ਇੱਧਰ ਉੱਧਰ ਕਿਤੇ ਹੋਰ ਉਹ ਸਾਰੇ ਗਰੁੱਪ ਜਿਹੜੇ ਸਪਲਿੰਟਰ ਐਲੀਮੈਂਟ ਅਕਾਲੀ ਦਲ। ਗੁਰਚਰਨ ਸਿੰਘ ਚੰਨੀ ਇਲੈਕਸ਼ਨ ਮੈਨੇਜਰ ਰਹੇ ਹਮੇਸ਼ਾ, ਔਰ ਮੇਰੇ ਖਿਆਲ ਉਹ ਬੀਬੀ ਜਗੀਰ ਕੌਰ ਨਾਲ ਪਿਛਲੇ ਦਿਨਾਂ ਚ ਬੈਠੇ ਨਜ਼ਰ ਆਏ ਆ, ਉਹਨਾਂ ਨੂੰ ਚੱਪੇ ਦਾ ਪਤਾ ਹਲਕੇ ਦਾ ਜੀ। ਬਿਲਕੁਲ, ਉਹ ਸਾਰੇ ਜਿਹੜੇ ਗਰੁੱਪ ਨੇ ਜਿਹੜੇ ਅਕਾਲੀ ਦਲ ਤੋਂ ਅਲੱਗ ਹੋ ਗਏ ਨੇ ਜਾਂ ਜਿਨ੍ਹਾਂ ਨੂੰ ਅਕਾਲੀ ਦਲ ਨੇ ਕੱਢਿਆ ਜਾਂ ਕੱਢੇ ਜਾ ਰਹੇ ਨੇ, ਉਹ ਕੀ ਕਰਨਗੇ? ਕੀ ਸੰਗਰੂਰ ਦੀ ਤਰ੍ਹਾਂ ਬੀਜੇਪੀ ਦੇ ਨਾਲ ਐਵੇਂ ਮਦਦਗਾਰ ਦੇ ਤੌਰ ਤੇ ਸਾਹਮਣੇ ਆਉਣਗੇ ਇਕੱਠੇ ਹੋ ਕੇ, ਜਾਂ ਪਰਦੇ ਪਿੱਛੇ ਕੁਝ ਕਰਨਗੇ ਜਾਂ ਨਹੀਂ ਆਉਣਗੇ? ਇਹ ਉਹਦਾ ਵੀ ਅਸਰ ਪਏਗਾ, ਘੱਟੋ ਘੱਟ ਅਕਾਲੀ ਦਲ ਦੀ ਪੋਲਿਟਿਕਸ ਤੇ ਤਾਂ ਡਾਇਰੈਕਟ ਪਏਗਾ। ਔਰ ਚੋਣਾਂ ਦੇ ਵਿੱਚ ਤਾਂ 100 ਵੋਟ 200 ਵੋਟ ਵੀ ਪ੍ਰਭਾਵਿਤ ਕਰਦੀ ਹੈ ਨਾ, ਜਦੋਂ ਕੰਪੀਟੀਸ਼ਨ ਸਖਤ ਹੁੰਦਾ ਬਹੁਤ ਜ਼ਿਆਦਾ, ਤਾਂ ਉਹ ਸਾਰੀਆਂ ਗੱਲਾਂ ਨੂੰ ਹੀ ਦੇਖਿਆ ਜਾਏਗਾ ਕਿ ਕਿਹਦਾ ਕੀ ਅਸਰ ਹੋਣਾ। ਉਹ ਸਾਰੇ ਗਰੁੱਪ ਆਪ ਨਾਲ ਤਾਂ ਜਾ ਨਹੀਂ ਰਹੇ, ਉਹ ਸਾਰੇ ਗਰੁੱਪਾਂ ਦੇ ਵਿੱਚੋਂ ਕਿਸੇ ਨਾਲ ਹੀ ਜਾਣਾ ਪਊਗਾ। ਮੈਨੂੰ ਲੱਗਦਾ ਕਾਂਗਰਸ ਨਾਲ ਵੀ ਸੰਭਾਵਨਾ ਨਹੀਂ ਹੈ, ਤੇ ਅੱਗੇ ਆਪ ਨਾ ਵੀ ਜਿਹੜੀ ਢੀਂਡਸਾ ਸਾਹਿਬ ਹੋਣੀ ਜਾਂ ਸਾਰੇ ਚੱਲਦੇ ਨੇ, ਉਹ ਮਤਲਬ ਬੀਜੇਪੀ ਨਾਲ ਹੀ ਥੋੜਾ ਬਹੁਤ ਰੱਖ ਰਹੇ ਨੇ। ਦਿੱਲੀ ਤੱਕ ਜਾ ਕੇ ਤਾਂ ਜਿਹੋ ਜਿਹਾ ਕਾਰੋਬਾਰ, ਜਿਹੋ ਜਿਹਾ ਤਾਲਮੇਲ ਜਿਹੜਾ ਸਟਾਰਟ ਹੋ ਰਿਹਾ ਉਸ ਮਾਮਲੇ ਦੇ ਵਿੱਚ, ਹੁਣ ਉਹਨਾਂ ਦਾ ਵੀ ਕਿੰਨਾ ਕੁ ਅਸਰ ਪੈਂਦਾ, ਇਹ ਸਵਾਲ ਹੈ। ਔਰ ਅਜੇ ਤੱਕ ਮੈਨੂੰ ਲੱਗਦਾ ਹੈ ਇਹ ਚੋਣ ਜਿਹਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਏਜੰਡਾ ਪੰਜਾਬ ਦਾ ਸੈੱਟ ਕਰਦੇ, ਜਿੱਤੇ ਕੋਈ ਹਾਰੇ, ਇਹੋ ਜੀ ਮੇਨ ਧਿਰਾਂ ਦੇ ਵਿੱਚੋਂ ਕੋਈ ਨਹੀਂ ਕਿ ਉਹ ਇੱਕ ਅਲਟਰਨੇਟਿਵ ਏਜੰਡਾ ਹੀ ਲੈ ਕੇ ਚੱਲ ਪਏ। ਕੀ ਅਕਾਲੀ ਦਲ ਫੈਡਰਲਿਜ਼ਮ ਦਾ ਏਜੰਡਾ ਲੈ ਕੇ ਚੋਣ ਲੜ ਸਕਦਾ, ਹਾਰੇ ਜਾਂ ਜਿੱਤੇ? ਕੀ ਬਾਕੀ ਦੀਆਂ ਚੀਜ਼ਾਂ ਚੱਲ ਸਕਦੀਆਂ ਨੇ? ਉੱਥੇ ਈਡੀ ਤੇ ਸੀਬੀਆਈ ਦਾ ਬਹੁਤ ਵੱਡਾ ਰੋਲ ਆ ਜਾਂਦਾ ਲੀਡਰਸ਼ਿਪ ਦੇ ਕਰਪਸ਼ਨ ਹੋਣ ਕਰਕੇ। ਉਹ ਮੇਰੇ ਖਿਆਲ ਹੈ ਨੰਗੇ ਧੜ ਜਿਹੜੀ ਹੈ ਨਾ, ਸਟੈਂਡ ਲੈਣ ਤੋਂ ਵੀ ਝਿਜਕ ਰਹੇ ਨੇ ਲੋਕ, ਜਿਹੜੀਆਂ ਧਿਰਾਂ। ਤਾਂ ਜਦੋਂ ਸਟੈਂਡ ਲੈਣ ਤੋਂ ਵੀ ਝਿਜਕਦੀਆਂ ਨੇ ਤਾਂ ਉਹ ਧੜੇ ਜਾਂ ਉਹ ਗਰੁੱਪ ਜਾਂ ਉਹ ਸੈਕਸ਼ਨ ਕਿਵੇਂ ਨਾਲ ਆਊਗਾ ਜੀ? ਅੱਜ ਦੇ ਦਿਨ 'ਚ ਹੁਣ ਦੇਖਿਆ, ਜਦੋਂ ਕੋਈ ਵੇਵ ਨਹੀਂ, ਜੇ ਸਾਰੀਆਂ ਪਾਰਟੀਆਂ ਆਪਣੇ ਕੇਡਰ ਨੂੰ, ਆਪਣੇ ਵਰਕਰਾਂ ਨੂੰ ਮੋਬਿਲਾਈਜ਼ ਕਰਨ ਦੇ ਵਿੱਚ, ਐਕਟੀਵੇਟ ਕਰਨ 'ਚ ਕਾਮਯਾਬ ਹੋ ਜਾਂਦੀ ਹੈ, ਤੇ ਇਹ ਮੁਕਾਬਲਾ ਬੜਾ ਸਖਤ ਹੋਊਗਾ, ਇਹ ਕਾਫੀ ਔਖਾ ਹੋਊਗਾ। ਇਹ ਘਾਟੀ ਸਰ ਕਰਨੀ ਸੌਖੀ ਨਹੀਂ ਹੋਊਗੀ, ਕਿਉਂਕਿ ਕੋਈ ਵੀ ਕ੍ਰਿਸ਼ਮਈ ਕੁਝ ਵੀ ਐਸਾ ਨਹੀਂ ਹੈ, ਨਾ ਵਿਅਕਤੀ ਨਾ ਵਰਤਾਰਾ। ਪਰ ਇਸੇ ਨਾਲ ਹੁਣੇ ਥੋੜੀ ਦੇਰ ਪਹਿਲਾਂ ਜਿਹੜੇ ਦਿੱਲੀ ਦੇ ਐਲਜੀ ਆ, ਉਹਨਾਂ ਨੇ ਸਸੋਦੀਆ ਵਾਲੇ ਤੇ ਦੂਜੇ ਮਹਿਕਮੇ ਕੁਝ ਲੋਕਾਂ ਨੂੰ ਦੇ ਦਿੱਤੇ ਆ। ਕੈਲਾਸ਼ ਗਹਿਲੋਤ ਨੂੰ ਵਿੱਤ ਮੰਤਰੀ ਦਿੱਲੀ ਦਾ ਬਣਾਤਾ ਹੈ ਕੇਜਰੀਵਾਲ ਸਾਹਿਬ ਦੇ ਨਾਲ, ਤੇ ਰਾਜ ਕੁਮਾਰ ਆਨੰਦ ਨੂੰ ਸਿੱਖਿਆ ਵਿਭਾਗ ਦਿੱਤਾ ਹੈ। ਪਹਿਲਾਂ ਦੋਵੇਂ ਮੰਤਰੀ ਨੇ, ਇਹਨਾਂ ਨੂੰ ਵਾਧੂ ਚਾਰਜ ਦਿੱਤੇ ਗਏ ਨੇ। ਪਰ ਇਹ ਜਿਹੜੀ ਮੀਟਿੰਗ ਹੋ ਰਹੀ ਆ, ਇਹਦੇ ਵਿੱਚ 2 ਨਵੇਂ, ਸੌਰਵ ਭਾਰਦਵਾਜ ਤੇ ਆਤਸ਼ੀ ਦੇ ਨਾਮ ਹੀ ਉੱਭਰ ਕੇ ਆ ਰਹੇ ਆ ਕਿ 2 ਨਵੇਂ ਮੰਤਰੀ ਬਣਾਤੇ ਜਾਣਗੇ। ਇੱਕ ਵੈਸੇ ਆਮ ਤੌਰ ਤੇ ਵਿਰੋਧੀ ਚੁਟਕੀ ਲੈਂਦੇ ਆ ਕਿ ਕੇਜਰੀਵਾਲ ਸਾਹਿਬ ਆਪਣੇ ਬਰਾਬਰ ਦਾ ਕੋਈ ਬੰਦਾ, ਲੀਡਰ ਜਿਹੜਾ, ਉਹਨੂੰ ਬਹੁਤੀ ਦੇਰ ਤੱਕ ਨਾਲ ਤੋਰਦੇ ਨਹੀਂ। ਸਸੋਦੀਆ ਭੇਂਟ ਚੜ ਗਏ ਕੱਲ, ਉਹਨਾਂ ਦੇ ਇੱਕ ਹਲਕਾ ਲਾਂਬਾ ਲੀਡਰ ਨੇ ਕਾਂਗਰਸ ਦੇ, ਉਹ ਕਹਿ ਰਹੇ ਸੀਗੇ ਵੀ ਇਹ ਤਾਂ ਹੋਣਾ ਹੀ ਸੀਗਾ, ਵਿਚਾਰੇ ਨੂੰ ਇੰਨੀ ਮਾੜੀ ਸਜ਼ਾ ਕਿਉਂ ਦਿੱਤੀ ਗਈ। ਚਲੋ ਇਹ ਸਵਾਲ ਹੈ, ਪਰ ਇਹਦੇ ਨਾਲ ਇੱਕ ਅਤਿਅਮ ਸਵਾਲ ਇਹ ਵੀ ਹੈ ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਮੈਂ ਚਾਹੂੰਗਾ ਕਿ ਤੁਸੀਂ ਜਾਂਦੇ ਜਾਂਦੇ ਨਜਿੱਠ ਦਿਓ, ਕਿ ਜਿਹੜੀ ਚਿੱਠੀ ਰਾਜਾ ਵੜਿੰਗ ਦੀ ਆ ਡੀਜੀਪੀ ਵੱਲ, ਇਹਦਾ ਕੋਈ ਮਾੜਾ ਮੋਟਾ ਪ੍ਰੈਸ਼ਰ ਬਣਦਾ? ਡੀਜੀਪੀ ਕੋਈ
ਇੱਕ ਕਦਮ ਲੈਣ ਵਾਲੇ ਹੋਣ, ਮੰਨ ਲਓ, ਕਿਉਂਕਿ ਇਹ ਕਿਹਾ ਗਿਆ ਕਿ ਅਸੀਂ ਉਸ ਦਿਨ ਹੋਈਆਂ ਘਟਨਾਵਾਂ ਦੇ ਉੱਤੇ ਐਕਸ਼ਨ ਲਵਾਂਗੇ। ਜੇ ਉਹ ਇੱਕ ਦੋ ਦਿਨ ਚ ਕੋਈ ਵੈਸੇ ਹੀ ਲੈ ਲੈਂਦੇ ਆ ਤੇ ਕੀ ਰਾਜਾ ਵੜਿੰਗ ਆਪਣੀ ਪਿੱਠ ਥਪਥਪਾਉਣ ਲਈ ਕਿਉਂਕਿ ਆਜ਼ਾਦ ਹੋਣੇ ਹੀ ਚਾਹੀਦੇ ਆ ਕਿ ਚਿੱਠੀ ਮੈਂ ਲਿਖੀ, ਕਾਰਵਾਈ ਮੈਂ ਕਰਾਤੀ ਉਹਨਾਂ ਧਿਰਾਂ 'ਚ, ਇਹ ਜੇ ਨਹੀਂ ਉਹ ਮਨ ਬਣਾ ਕੇ ਬੈਠੇ, ਸਰਕਾਰ ਜੇ ਰਿਸਕ ਨਹੀਂ ਲੈਣਾ ਚਾਹੁੰਦੀ, ਤੇ ਕੀ ਰਾਜਾ ਵੜਿੰਗ ਦੀ ਚਿੱਠੀ ਮਾੜਾ ਮੋਟਾ ਪ੍ਰੈਸ਼ਰ ਬਣਾਉਂਦੀ ਹੈ? ਕੀ ਕਹਿੰਦੇ? ਨਹੀਂ, ਪ੍ਰੈਸ਼ਰ ਉਹਦਾ ਆਪਣੀ ਥਾਂ ਤੇ ਹੈ। ਪੰਜਾਬ ਦਾ ਇੱਕ ਹੋਰ ਐਸਪੈਕਟ ਹੈ ਜਿਹੜਾ ਆਪਾਂ ਨਾਰਮਲੀ ਬਹੁਤਾ ਕਦੇ ਲਿਖਦੇ ਨਹੀਂ, ਨਾ ਬਹੁਤੀ ਗੱਲ ਕਰਦੇ ਹੀ ਹੈ। ਪੰਜਾਬ ਸਟ੍ਰੈਟੇਜਿਕ ਸਟੇਟ ਹੈ। ਇੱਥੇ ਬੜੇ ਸਾਲਾਂ ਤੋਂ ਦਿੱਲੀ ਵਾਲੇ ਇਨਡਾਇਰੈਕਟਲੀ ਬਹੁਤ ਕੁਝ ਇੱਥੇ ਕੰਟਰੋਲ ਕਰਦੇ ਹੈ, ਜਿਹਨੂੰ ਆਪਾਂ ਕਹਿ ਸਕਦੇ ਕਿ ਇੰਡੀਅਨ ਸਟੇਟ ਪੰਜਾਬ ਦੇ ਵਿੱਚ ਕਈ ਲੈਵਲ ਤੇ ਆ ਕੇ ਇੰਟਰਵੀਨ ਕਰਦੀ ਰਹਿੰਦੀ ਹੈ, ਤੇ ਜਿਹਦਾ ਪਤਾ ਨਹੀਂ ਲੱਗਦਾ। ਉਸ 'ਚ ਇੰਟਰਵੈਂਸ਼ਨ ਦਾ ਤਲਕ ਨਾ ਤਾਂ ਇਸ ਗੱਲ ਨਾਲ ਹੈ ਕਿ ਇੱਥੇ ਕਿਹੜੀ ਪਾਰਟੀ ਪਾਵਰ ਦੇ ਵਿੱਚ ਹੈ ਤੇ ਕਿਹੜੀ ਆਪੋਜੀਸ਼ਨ ਦੇ ਵਿੱਚ ਹੈ। ਉਹ ਸਿਸਟਮ ਬਿਲਕੁਲ ਅਲੱਗ ਹੈ ਕਿ ਉੱਥੋਂ ਕੋਈ ਡਾਇਰੈਕਸ਼ਨ ਡੀਜੀਪੀ ਨੂੰ ਆਈ ਹੈ, ਜਿਸ ਢੰਗ ਨਾਲ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਜ਼ੋਰ ਨਾਲ ਕਿਹਾ ਸੀਗਾ ਕਿ ਅਸੀਂ ਐਕਸ਼ਨ ਲਵਾਂਗੇ। ਮੈਂ ਇਸ ਚਿੱਠੀ ਨੂੰ ਉਸੇ ਸੰਦਰਭ ਦੇ ਵਿੱਚ ਦੇਖਦਾ। ਜੇ ਐਕਸ਼ਨ ਲੈਣਾ ਹੈ ਤਾਂ ਹੋ ਸਕਦਾ ਹੈ ਕਿ ਰਾਜਾ ਵੜਿੰਗ ਇਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨ, ਲੇਕਿਨ ਮੈਂ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਇੰਡੀਅਨ ਸਟੇਟ ਦੀ ਪੰਜਾਬ ਵਿੱਚ ਇੰਟਰਵੈਂਸ਼ਨ ਹੈ ਸਟ੍ਰੈਟੇਜਿਕ ਤੌਰ ਤੇ, ਮੈਂ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਕਿ ਇਹ ਦੇਖਣਾ ਪਏਗਾ ਕਿ ਉੱਥੇ ਇਹ ਸਾਰੇ ਮਾਹੌਲ ਨੂੰ ਕਿਵੇਂ ਲਿਆ ਜਾ ਰਿਹਾ। ਇਹਦਾ ਦੂਜਾ ਐਂਗਲ ਵੀ ਹੈ ਕਿ ਜਦੋਂ ਤੁਸੀਂ ਜਿਸ ਸਟੇਟ ਦਾ ਜ਼ਿਕਰ ਕਰ ਰਹੇ ਹੋ, ਜਿਹਨੂੰ ਡੀਪ ਸਟੇਟ ਦਾ ਜ਼ਿਕਰ ਵੀ ਹੁੰਦਾ ਰਹਿੰਦਾ ਕਿ ਅੰਦਰ ਵੀ ਇੱਕ ਹੋਰ ਧਾਰਾ ਹੁੰਦੀ ਜਿਹੜੀ ਫੈਸਲਾਕੁਨ ਹੁੰਦੀ ਹੈ। ਜੇ ਉਹਨਾਂ ਨੇ ਮਨ ਹੀ ਬਣਾ ਲਿਆ ਹੋਵੇ ਕਿ ਕਿਸੇ ਮਾਮਲੇ 'ਚ ਕਾਰਵਾਈ ਕਰਨੀ ਹੈ, ਤੇ ਫਿਰ ਉਹਨਾਂ ਨੂੰ ਕੋਈ ਨਾ ਕੋਈ ਬਹਾਨੇ ਵੀ ਤਾਂ ਚਾਹੀਦੇ ਆ। ਕਈ ਵਾਰੀ ਚਿੱਠੀਆਂ ਲਿਖੀਆਂ ਨਹੀਂ ਜਾਂਦੀਆਂ, ਲਿਖਾਈਆਂ ਜਾਂਦੀਆਂ। ਤੁਹਾਡਾ ਮਤਲਬ ਵੀ? ਨਹੀਂ, ਬਹਾਨਾ ਤਾਂ ਬੜਾ ਸਪਸ਼ਟ ਹੈ। ਜੇ ਜੋ ਕੁਝ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਹੋਇਆ, ਉੱਥੇ ਤਾਂ ਕੇਸ ਰਜਿਸਟਰ ਕੀਤਾ ਜਾ ਸਕਦਾ ਹੈ। ਸੋ ਬਹਾਨਾ ਆਲਰੇਡੀ ਹੈ। ਇਹ ਹੁੰਦਾ ਹੈ ਕਿ ਕਿਸੇ ਬੰਦੇ ਦੇ ਤੇ ਕੇਸ ਪਾ ਕੇ ਉਹਨੂੰ ਹੋਰ ਹੀਰੋ ਤਾਂ ਨਹੀਂ ਬਣ ਜੂਗਾ ਉਹਦੇ ਨਾਲ। ਉਹ ਸਟੱਡੀ ਕੀਤੀ ਜਾ ਰਹੀ ਹੈ ਮੇਰੇ ਖਿਆਲ ਦੇ ਵਿੱਚ। ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਹੈ। ਜੇ ਕਾਂਗਰਸੀ ਕੋਈ ਪ੍ਰਦਰਸ਼ਨ ਕਰਦੇ ਆ ਤੇ ਸਮਾਨਾਂਤਰ ਕਾਲ ਆ ਜਾਂਦੀ ਆ ਵੀ ਅਸੀਂ ਇਸ ਪ੍ਰਦਰਸ਼ਨ ਦੇ ਬਰਾਬਰ ਤੇ ਪ੍ਰਦਰਸ਼ਨ ਕਰਾਂਗੇ, ਟਕਰਾਅ ਵੱਲ ਵੀ ਗੱਲ ਵੱਧ ਜਾਂਦੀ ਹੈ। ਫਿਰ ਛੋਟੇ ਮਾਮਲੇ, ਛੋਟੇ ਵਿਅਕਤੀ, ਛੋਟੀਆਂ ਲਹਿਰਾਂ, ਛੋਟੇ ਮਾਮਲੇ ਵੱਡੇ ਵੀ ਹੋ ਜਾਂਦੇ। ਇਹ ਵੀ ਪਹਿਲੂ ਹੋ ਸਕਦਾ। ਨਹੀਂ, ਇਹ ਪੋਸੀਬਲ ਹੈ ਕਿਉਂਕਿ ਉਹਦੇ ਨਾਲ ਫਿਰ ਜਿਹੜੀ ਸਟੇਟ ਦੇ ਵਿੱਚ ਟੈਨਸ਼ਨ ਹੈ ਉਹ ਕਾਫੀ ਵੱਧ ਸਕਦੀ ਹੈ, ਤੇ ਉਹ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਹੋਏਗੀ ਉਹ ਸਿਚੁਏਸ਼ਨ। ਲੇਕਿਨ ਮੈਂ ਇਸ ਚੀਜ਼ ਨੂੰ, ਜਿਹੜੀ ਗੱਲ ਤੁਸੀਂ ਕਹੀ ਹੈ, ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ। ਜੇ ਕਾਂਗਰਸੀ ਸੜਕਾਂ ਤੇ ਉਤਰਦੇ ਹੈ ਤੇ ਹੋ ਸਕਦਾ ਕਿ ਅਮਰਤਪਾਲ ਦੇ ਜਿਹੜੇ ਸਪੋਰਟਰਸ ਹੈਗੇ ਆ, ਭਾਵੇਂ ਮਾਸ ਸਪੋਰਟ ਜਿਹਨੂੰ ਕਹਿੰਦੇ ਆ, ਹਜੇ ਉਹ ਨਹੀਂ ਹੈ, ਉਹ ਬਣ ਰਹੀ ਹੈ। ਤਾਂ ਨਵੇਂ ਆਏ ਆ, ਟਾਈਮ ਲੱਗਦਾ ਹੁੰਦਾ ਉਹਦੇ ਤੇ, ਲੇਕਿਨ ਜਿੰਨੇ ਸਪੋਰਟ ਉਹਨਾਂ ਦੀ ਹੈਗੀ ਹੈ ਉਹੀ ਕਾਫੀ ਹੈ ਕਿ ਇਹਨੂੰ ਕਾਂਗਰਸ ਦੇ ਇਸ ਮੂਵ ਨੂੰ ਕਾਊਂਟਰ ਕਰਨ ਵਾਸਤੇ। ਫਿਰ ਅਸੀਂ ਕਿਸੇ ਨਾ ਕਿਸੇ ਰੂਪ 'ਚ, ਭਾਵੇਂ ਕੋਈ ਵੀ ਹੋਵੇ, ਉਹ ਪ੍ਰਧਾਨ ਹੋਵੇ, ਕੋਈ ਆਮ ਵਿਅਕਤੀ ਹੋਵੇ, ਅਮਰਤਪਾਲ ਹੋਵੇ, ਕੋਈ ਕਿਸੇ ਪਾਰਟੀ ਦਾ ਕਰਤਾ ਧਰਤਾ ਹੋਵੇ, ਇਹਦਾ ਮਤਲਬ ਅਸੀਂ ਟੂਲ ਬਣ ਜਾਂਦੇ ਹਾਂ। ਬੜੀ ਵਾਰੀ ਅਸੀਂ ਵਰਤੇ ਵੀ ਜਾਂਦੇ ਹਾਂ। ਇਹ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ। ਜਿਹੜਾ ਬੰਦਾ ਟੂਲ ਬਣ ਜਾਂਦਾ ਹੈ ਨਾ, ਕਈ ਵਾਰੀ ਉਹ ਅਨਕੌਂਸ਼ੀਅਸ ਟੂਲ ਹੁੰਦਾ। ਇਹ ਵਰਤਾਰਾ ਆਪਾਂ ਪਿਛਲੇ 30 ਸਾਲ ਤੋਂ ਦੇਖਦੇ ਆ ਰਹੇ ਹਾਂ। ਕਈ ਬੰਦਿਆਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਜਿਹੜਾ ਸੰਘਰਸ਼ ਸੀ ਉਹਦੇ ਬਾਰੇ ਕਿ ਇਹ ਜੀ ਏਜੰਸੀਆਂ ਦਾ ਬੰਦਾ ਸੀ। ਹੋ ਸਕਦਾ ਹੈ ਬੰਦੇ ਨੂੰ ਨਾ ਪਤਾ ਹੋਵੇ, ਔਰ ਕਈ ਵਾਰੀ ਸਿਆਸੀ ਲੋਕ ਵੀ ਕੋਈ ਐਸੀ ਮੂਵ ਚੱਲ ਜਾਂਦੇ ਹੈ ਜਿਹੜੀ ਉਹ ਸਮਝਦੇ ਕਿ ਸਾਡੀ ਆਪਣੀ ਹੈ, ਲੇਕਿਨ ਉਹ ਆਈ ਕਿਸੇ ਹੋਰ ਪਾਸੇ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਆਉਂਦੀ ਹੈ ਕਿ ਉਹਨੂੰ ਲੱਗਦਾ ਕਿ ਮੇਰੀ ਆਪਣੀ ਮੂਵ ਹੈ। ਹੁਣ ਵੀ ਮੈਂ ਰੂਲ ਆਊਟ ਨਹੀਂ ਕਰਦਾ। ਪੰਜਾਬ ਬਹੁਤ ਵੱਡਾ ਅਖਾੜਾ ਹੈ ਇਹਨਾਂ ਸ਼ਕਤੀਆਂ ਦੇ ਇੰਟਰਵੈਂਸ਼ਨ ਦਾ। ਸਰਦਾਰ ਹਰਮੀਤ ਸਿੰਘ ਜੀ, 2 ਲਾਈਨਾਂ 4 ਲਾਈਨਾਂ ਸਿਰਫ ਜਾਂਦੇ ਜਾਂਦੇ, ਕਿ ਕਈ ਵਾਰੀ ਆਪਾਂ ਬਹੁਤ ਕਾਹਲੀ ਦੇ ਵਿੱਚ ਸਾਡੇ ਆਮ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਅਸੀਂ ਤਮਗੇ ਜੜ ਦਿੰਦੇ, ਕਿਸੇ ਨੂੰ ਗਦਾਰ ਕਹਿ ਦਿੰਦੇ ਆ, ਕਿਸੇ ਨੂੰ ਕੁਝ ਕਹਿ ਦਿੰਦੇ ਆ। ਤੁਹਾਡਾ ਮਤਲਬ ਅਗਲੇ ਦਿਨਾਂ 'ਚ ਇਹ ਵੀ ਦੌਰ ਚੱਲਣ ਹੀ ਵਾਲੇ ਆ? ਨਹੀਂ, ਇਹ ਨਾਰਮਲੀ ਚੱਲਦਾ। ਅਸਲ ਦੇ ਵਿੱਚ ਜਦੋਂ ਸੁਸਾਇਟੀ ਦੇ ਵਿੱਚ ਪ੍ਰੋਪਰ ਦਲੀਲ ਨਾਲ ਸੰਵਾਦ ਨਾ ਹੋ ਰਿਹਾ ਹੋਵੇ, ਇੱਕ ਦੂਜੇ ਦੇ ਰਿਗਾਰਡ ਕਰਕੇ ਕਿ ਇਹ ਵੀ ਠੀਕ ਆਦਮੀ ਹੋ ਸਕਦਾ, ਇਹਦੀ ਵੀ ਗੱਲ ਠੀਕ ਹੋ ਸਕਦੀ ਹੈ, ਸੁਣੀ ਜਾਣੀ ਚਾਹੀਦੀ ਹੈ,
ਜਦੋਂ ਇਹ ਮਾਹੌਲ ਨਾ ਹੋਵੇ ਸੀਰੀਅਸ, ਤਾਂ ਫਿਰ ਇਹੋ ਜਿਹਾ ਹੀ ਮਾਹੌਲ ਪਣਪਦਾ ਇੱਕ ਦੂਜੇ ਤੇ ਦੂਸ਼ਣਬਾਜ਼ੀ ਦਾ, ਇੱਕ ਦੂਜੇ ਨੂੰ ਗਦਾਰ ਕਹਿਣ ਦਾ, ਇੱਕ ਦੂਜੇ ਨੂੰ ਤਕਮੇ ਦੇਣ ਦਾ। ਔਰ ਇਹ ਜ਼ਿਆਦਾ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ, ਖਾਸ ਤੌਰ ਤੇ ਸੋਸ਼ਲ ਮੀਡੀਆ ਤਾਂ ਭਰਿਆ ਹੀ ਜ਼ਿਆਦਾਤਰ ਉਹਨਾਂ ਦੇ ਨਾਲ ਹੁੰਦਾ ਜਿਹੜੇ ਘਰ ਬੈਠ ਕੇ ਉਹ ਕਹਿੰਦੇ ਨੇ ਚੜ ਜਾ ਬੱਚਾ ਸੂਲੀ ਰਾਮ ਭਰੀ ਕਰੂ, ਆਉਂਦੇ ਵੀ ਨਹੀਂ, ਜਦੋਂ ਬੰਦਾ ਸੂਲੀ ਚੜ ਰਿਹਾ ਹੁੰਦਾ ਤਾਂ ਦੇਖਣ ਵੀ ਨਹੀਂ ਆਉਂਦੇ। ਉਹ ਇੱਕ ਵੱਡਾ ਦੌਰ ਸ਼ੁਰੂ ਹੋ ਜਾਂਦਾ। ਮੈਂ ਇੱਕ ਇਹਦੇ ਐਗਜ਼ਾਮਪਲ ਹੋਰ ਦੇ ਦਿੰਦਾ, ਬੜੀ ਇੰਟਰਸਟਿੰਗ, ਮੈਨੂੰ ਯਾਦ ਆ ਗਿਆ ਤੁਹਾਡੇ ਗੱਲ ਕਰਦੇ ਕਰਦੇ ਵੀ ਇਹ ਇਲਜ਼ਾਮ ਲੱਗਦੇ ਕਿਵੇਂ ਹੈ। ਮੈਂ ਸੰਤ ਜਰਨੈਲ ਸਿੰਘ ਦੀ ਗੱਲ ਕਰੂੰਗਾ। ਅਸੀਂ ਬੈਠੇ ਸੀ ਨਾਨਕ ਨਿਵਾਸ ਦੀ ਛੱਤ ਤੇ ਉਹ ਗੱਲ ਚਲਦੀ ਚਲਦੀ ਕਿਸੇ ਨੇ ਕਿਹਾ, ਉਹ ਕਿਤੇ ਭਰਪੂਰ ਸਿੰਘ ਬਲਬੀਰ ਹੋਰਾਂ ਦੀ ਗੱਲ ਆ ਗਈ। ਕਿਸੇ ਸੱਜਣ ਨੇ ਕੋਲੇ ਬੈਠੇ ਕਿਹਾ, ਮੈਂ ਵੀ ਉੱਥੇ ਸੀਗਾ, ਕਹਿੰਦੇ ਵੀ ਸੰਤ ਜੀ ਤੁਸੀਂ ਉਹਦੀ ਤਾਰੀਫ ਕਰ ਰਹੇ ਆ ਤੇ ਉਹ ਤਾਂ ਮਿਸਟਰ ਗਾਂਧੀ ਦਾ ਏਜੰਟ ਹੈ। ਉਹ ਕਹਿੰਦਾ ਵੀ ਇੱਕ ਗੱਲ ਦੱਸੋ, ਉਹਦੇ ਐਡੀਟੋਰੀਅਲ ਦੇ ਵਿੱਚ ਪ੍ਰਚਾਰ ਕਿਹਦਾ ਹੁੰਦਾ? ਉਹ ਕਹਿੰਦੇ ਜੀ ਤੁਹਾਡਾ ਹੁੰਦਾ। ਕਹਿੰਦਾ ਫਿਰ ਜੇ ਉਹਦਾ ਏਜੰਟ ਹੋ ਕੇ ਜੇ ਮੇਰਾ ਪ੍ਰਚਾਰ ਕਰਦਾ ਹੈ ਤੇ ਮੈਨੂੰ ਕੀ ਮਾੜਾ ਹੈ? ਇਹ ਐਲੀਗੇਸ਼ਨ, ਕਾਊਂਟਰ ਐਲੀਗੇਸ਼ਨ, ਮੈਂ ਉਸ ਕੰਟੈਕਸਟ ਤੁਹਾਨੂੰ ਇਹ ਗੱਲ ਯਾਦ ਕਰਾਈ ਹੈ। ਬਿਲਕੁਲ ਬਿਹਤਰੀਨ, ਇਤਿਹਾਸ ਪੂਰਾ ਭਰਿਆ ਪਿਆ, ਬੜੀਆਂ ਕਹਾਣੀਆਂ ਐਸੀਆਂ ਨੇ ਜਿਹੜੀਆਂ ਗਾਏ ਬਗਾਏ ਯਾਦ ਆਉਂਦੀਆਂ ਰਹਿਣਗੀਆਂ ਔਰ ਮੇਰੇ ਖਿਆਲ ਦਰਸ਼ਕਾਂ ਤੱਕ ਪਹੁੰਚਦੀਆਂ ਰਹਿਣਗੀਆਂ। ਬਹੁਤ ਮਿਹਰਬਾਨੀ। ਥੈਂਕ ਯੂ। ਸ਼ੁਕਰੀਆ ਜੀ।